ਸਫ਼ਰ ਜ਼ਿੰਦਗੀ ਦਾ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ ਬਹੁਤ ਹੀ ਨਿੱਘੀ ਜੀ ਆਇਆਂ, ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਜੀ ਆਇਆਂ ਨੂੰ। ਜਿਵੇਂ ਕਿ ਤੁਸੀਂ ਜਾਣਦੇ ਹੋ, ਸਫ਼ਰ ਜ਼ਿੰਦਗੀ ਦਾ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਜੋੜੀਆਂ ਦੇ ਨਾਲ, ਉਹਨਾਂ ਕਪਲਸ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਬਹੁਤ ਲੰਮੇ ਸਮੇਂ ਤੋਂ ਕੈਨੇਡਾ ਦੇ ਵਿੱਚ ਆ ਕੇ ਰਹਿ ਰਹੇ ਨੇ। ਬੜੇ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਨੇ ਜੀ, ਜਿਨ੍ਹਾਂ ਨੂੰ ਅੱਜ ਵੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਸਰਦਾਰ ਰਜਿੰਦਰ ਸਿੰਘ ਪੰਧੇਰ ਅਤੇ ਸਰਦਾਰਨੀ ਨਵਰਾਜ ਕੌਰ ਪੰਧੇਰ, ਜਿਹੜੇ ਕਿ ਕਮਿਊਨਿਟੀ ਦੇ ਵਿੱਚ ਬਹੁਤ ਜਾਣੇ ਪਹਿਚਾਣੇ ਨੇ। ਅੱਜ ਮੇਰਾ ਬੜੇ ਦਿਨਾਂ ਤੋਂ ਮਨ ਕਰ ਰਿਹਾ ਸੀ ਕਿ ਇਹਨਾਂ ਨਾਲ ਗੱਲਬਾਤ ਕਰਾਂ ਕਿ ਤੁਹਾਡਾ ਸਫ਼ਰ ਜ਼ਿੰਦਗੀ ਦਾ ਕਿਵੇਂ ਬੀਤ ਰਿਹਾ ਹੈ। ਪਹਿਲਾਂ ਅਸੀਂ ਗੱਲ ਕਰਦੇ ਹਾਂ ਭਾਈ ਸਾਹਿਬ ਤੁਹਾਡੇ ਨਾਲ। ਸਫ਼ਰ ਜ਼ਿੰਦਗੀ ਦਾ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਜੀ ਤੁਹਾਨੂੰ। ਥੈਂਕ ਯੂ ਜੀ। ਥੈਂਕ ਯੂ ਭੈਣ ਜੀ, ਜੀ ਆਇਆਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ। ਦੇਖੋ ਕਿੰਨੇ ਮਤਲਬ ਕਿ ਇਹ ਖੂਬਸੂਰਤ ਜੋੜੀ ਆ, ਕਿੰਨੇ ਹੈਂਡਸਮ ਨੇ। ਹਾਂਜੀ ਭਾਈ ਸਾਹਿਬ, ਮੈਂ ਇਹ ਜਾਣਨਾ ਚਾਹੁੰਦੀ ਹਾਂ ਤੁਹਾਡਾ ਸਫ਼ਰ ਜ਼ਿੰਦਗੀ ਦਾ ਕੈਨੇਡਾ ਦੇ ਵਿੱਚ ਕਿਵੇਂ ਗੁਜ਼ਰ ਰਿਹਾ ਹੈ, ਕਿਵੇਂ ਬੀਤ ਰਿਹਾ ਹੈ, ਕੀ ਹੁਣ ਤੱਕ ਅਚੀਵਮੈਂਟਸ ਕੀਤੀਆਂ, ਕਿਉਂਕਿ ਕਮਿਊਨਿਟੀ ਵਿੱਚ ਤੁਹਾਨੂੰ ਬਹੁਤ ਤੁਸੀਂ ਜਾਣੇ ਪਹਿਚਾਣੇ ਹੋ। ਇਸ ਤਰ੍ਹਾਂ ਜੀ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਇਸ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਆਪਣੇ ਰੂਬਰੂ ਕੀਤਾ ਸਰੋਤਿਆਂ ਨਾਲ, ਤੁਹਾਡੇ ਨਾਲ ਜੀ। ਤੁਹਾਡਾ ਪ੍ਰੋਗਰਾਮ ਜਿਹੜਾ ਹੈਗਾ ਉਹ ਬਹੁਤ ਵਾਰੀ ਬਹੁਤ ਥਾਵਾਂ 'ਤੇ ਸੁਣਿਆ ਜਾਂਦਾ। ਜਿਵੇਂ ਤੁਸੀਂ ਸਵਾਲ ਪੁੱਛਿਆ ਉਹ ਇਸ ਤਰ੍ਹਾਂ ਜੀ ਬਈ ਜ਼ਿੰਦਗੀ ਤਾਂ ਜਿਵੇਂ ਕਹਿੰਦੇ ਨੇ ਸ਼ੁਰੂ ਹੁੰਦੀ ਆ ਆਪਣੇ ਜਨਮ ਤੋਂ ਹੀ ਲੈ ਕੇ। ਹਾਂਜੀ। ਮੈਂ ਦੱਸਣਾ ਚਾਹੁੰਦਾ ਕਿ ਅਸੀਂ ਸਾਡਾ ਲੁਧਿਆਣਾ ਡਿਸਟ੍ਰਿਕਟ ਜੀ ਪੰਜਾਬ ਦੇ ਵਿੱਚ ਇੱਕ ਪਿੰਡ ਹੈਗਾ ਰਾੜੇ ਸਾਹਿਬ ਕੋਲੇ। ਹਾਂਜੀ। ਹਾਂ। ਅਸੀਂ ਉੱਥੇ ਜੰਮੇ ਪਲੇ, ਰਾੜੇ ਸਾਹਿਬ ਪੜ੍ਹੇ ਜੀ, ਅਤੇ ਫਿਰ ਕਾਲਜਾਂ ਚੰਡੀਗੜ੍ਹ, ਲੁਧਿਆਣੇ ਪੜ੍ਹੇ, ਅਤੇ ਫਿਰ ਉਸ ਤੋਂ ਬਾਅਦ ਪੜ੍ਹਾਇਆ ਵੀ ਉੱਥੇ 4-5 ਸਾਲ ਹਾਈ ਸਕੂਲ 'ਚ ਸਾਇੰਸ ਟੀਚਰ। ਅਤੇ ਫਿਰ ਸ਼ਾਦੀ ਹੋਈ 14 ਨਵੰਬਰ 1971 ਨੂੰ। ਹਾਂਜੀ। ਅਤੇ ਮੇਰੇ ਭਰਾਵਾਂ ਦੀ, ਇਹਨਾਂ ਦੇ ਭਰਾ ਤੇ ਸਾਡੇ ਭਰਾ ਆਪਸ ਵਿੱਚ ਬਹੁਤ ਦੋਸਤ ਸੀ, ਸੋ ਦੋਸਤੀ ਰਿਸ਼ਤੇਦਾਰੀ 'ਚ ਬਦਲ ਗਈ। ਤੁਸੀਂ ਮਿਸਿਸ ਪੰਧੇਰ, ਤੁਸੀਂ ਪਹਿਲਾਂ ਭਾਈ ਸਾਹਿਬ ਹੋਰਾਂ ਨੂੰ ਦੇਖਿਆ ਵੀ ਸੀਗਾ? ਥੋੜਾ ਕਿਉਂਕਿ ਘਰੇ ਆਉਂਦੇ ਸੀ ਕਿਸੇ ਫੰਕਸ਼ਨ ਵਗੈਰਾ ਤੇ, ਪਰ ਇਦਾਂ ਨਹੀਂ ਸੀ ਤੁਹਾਨੂੰ ਪਤਾ ਵੀ ਤੁਹਾਡੀ ਜਿਹੜੀ ਜ਼ਿੰਦਗੀ ਦੇ ਸਾਥੀ ਇਹਨਾਂ ਨੇ ਬਣਨਾ ਹੈ? ਨਹੀਂ ਜੀ। ਕਿਉਂਕਿ ਇਹਨਾਂ ਦੇ ਵੱਡੇ ਬ੍ਰਦਰ ਮੇਰੇ ਬ੍ਰਦਰ ਦੇ ਫਰੈਂਡ ਸੀਗੇ। ਅੱਛਾ ਜੀ। ਹਾਂ। ਉਹ ਆਉਂਦੇ ਹੁੰਦੇ ਸੀਗੇ ਜੀ। ਫਿਰ ਇਹ ਕਿਉਂਕਿ ਉਹ ਇੱਧਰ ਆ ਗਏ ਜੀ, ਕੈਨੇਡਾ ਆ ਗਏ, ਫਿਰ ਇਹਨਾਂ ਨੂੰ ਮੈਂ 1-2 ਵਾਰੀ ਦੇਖਿਆ ਸਾਡੇ ਘਰ ਫੰਕਸ਼ਨ ਤੇ। ਠੀਕ। ਹਾਂਜੀ। ਤੇ ਤੁਹਾਨੂੰ ਵੀ ਸ਼ਾਇਦ ਉਸ ਵੇਲੇ ਤਾਂ ਨਹੀਂ ਪਤਾ ਹੋਣਾ ਨਾ ਕਿ ਤੁਹਾਡੇ ਜਿਹੜੀ ਸਾਥਣ ਹੈ, ਜ਼ਿੰਦਗੀ ਦੀ ਸਾਥਣ ਆ, ਇਹ ਮਤਲਬ ਲੇਡੀ ਬਣੇਗੀ। ਵੈਸੇ ਗੱਲ ਹਾਸੇ ਵਾਲੀ ਸ਼ੇਅਰ ਕਰ ਲੈਣਾ ਮੈਂ ਜੀ। ਮੇਰੇ ਬ੍ਰਦਰ ਮੇਥੋਂ ਵੱਡੇ ਮਲੇਸ਼ੀਆ ਰਹੇ, ਫਿਰ ਇੰਗਲੈਂਡ ਆ ਗਏ ਜੀ। ਇਹਨਾਂ ਦੇ ਬ੍ਰਦਰ ਇੱਕ ਦਿਨ ਮੈਨੂੰ ਕਹਿੰਦੇ, ਉੱਥੇ ਸਾਡੇ ਮੰਡੀ ਅਹਿਮਦਗੜ੍ਹ ਨਾਲ ਹੀ ਜੀ, ਹਾਂਜੀ, ਕਹਿੰਦੇ ਆਖੇ ਪ੍ਰੀਤਮ ਸਿੰਘ ਨੂੰ ਚਿੱਠੀ ਲਿਖੋ, ਹਾਂਜੀ, ਵੀ ਮੇਰੀ ਭੈਣ ਦਾ ਰਿਸ਼ਤਾ ਇੰਗਲੈਂਡ ਕੋਈ ਲੱਭੇ। ਅੱਛਾ। ਮੈਂ ਘਰੇ ਚਿੱਠੀ ਲਿਖਣ ਲੱਗ ਗਿਆ। ਹਾਂਜੀ। ਮੇਰੇ ਬਾਪੂ ਜੀ ਕਹਿੰਦੇ ਕਿਹਨੂੰ ਚਿੱਠੀ ਲਿਖਦਾ? ਮੈਂ ਕਿਹਾ ਜੀ ਵੀਰ ਜੀ ਨੂੰ, ਪ੍ਰੀਤਮ ਸਿੰਘ ਨੂੰ। ਹਾਂਜੀ। ਕਹਿੰਦੇ ਕੀ ਗੱਲ ਹੈ? ਮੈਂ ਦੱਸਦੀ, ਮੈਂ ਕਿਹਾ ਆਹ ਗੱਲ ਹੈ। ਹਾਂਜੀ। ਉਹਨਾਂ ਨੇ ਲਿਫਾਫਾ ਫੜਿਆ ਤੇ ਪਾੜਤਾ। ਅੱਛਾ ਜੀ। ਉਹ ਮੈਨੂੰ ਕਹਿੰਦੇ ਤੂੰ ਨਹੀਂ ਵਿਆਹ ਕਰਾਉਣਾ? ਅੱਛਾ। ਮੈਂ ਕਿਹਾ ਕਰਾਉਣਾ ਜੀ। ਤੇ ਆਉਂਦੇ ਜਾਂਦੇ ਸੀ। ਹਾਂਜੀ। ਤੇ ਦੂਸਰੇ ਦਿਨ ਸਾਈਕਲ ਚੱਕਿਆ, ਇਹਨਾਂ ਦੇ ਘਰ ਚਲੇ ਗਏ। ਅੱਛਾ ਜੀ। ਹਾਂਜੀ। ਤੇ ਉਹ ਭਾਈ ਬਾਬੂ ਜੀ ਆਓ ਜੀ ਬੈਠੋ। ਹਾਂਜੀ, ਸਤਿ ਸ਼੍ਰੀ ਅਕਾਲ, ਚਾਹ ਬਣਾ ਕੁੜੀਏ, ਮੰਮੀ ਕਹਿੰਦੇ। ਉਹ ਬਾਪੂ ਜੀ ਸਾਡੇ ਬੜੇ ਸਿੱਧੇ, ਉਹ ਕਹਿੰਦੇ ਚਾਹ ਪਿੱਛੋਂ ਪੀਵਾਂਗੇ, ਸਰਦਾਰਨੀ ਪਹਿਲਾਂ ਇਹ ਦੱਸ ਕੁੜੀ ਦਾ ਰਿਸ਼ਤਾ ਤਾਂ ਨਹੀਂ ਕਿਤੇ ਕੀਤਾ? ਅੱਛਾ ਜੀ। ਕਹਿੰਦੇ ਨਹੀਂ, ਕਹਿੰਦੇ ਮੈਂ ਤਾਂ ਆਈ ਇਸ ਕੰਮ ਹੈ। ਅੱਛਾ ਜੀ। ਹਾਂ। ਦੇਖੋ ਜੀ। ਹਾਂ, ਦੇਖੋ ਬਾਪੂ ਜੀ ਆਪ ਚੱਲ ਕੇ ਲਿਖੇ ਹੁੰਦੇ ਨੇ, ਸੰਜੋਗ ਧੁਰੇ ਲਿਖੇ ਹੁੰਦੇ ਨੇ। ਤੇ ਫਿਰ ਬਾਅਦ ਚ ਚਾਹ ਚੂ ਪੀਤੀ। ਹਾਂਜੀ। ਅੱਛਾ, ਇਹਦੇ ਨਾਲ ਮੈਂ ਥੋੜਾ ਜਿਹਾ ਹੋਰ ਐਡ ਕਰਨਾ ਚਾਹੁੰਦੀ ਹਾਂ। ਫਿਰ ਸਾਡੇ ਮੰਮੀ ਇਹਨਾਂ ਦੇ ਪਿੰਡ ਗਏ। ਅੱਛਾ ਜੀ। ਦੇਖਣ। ਹਾਂ। ਤਾਂ ਬਹੁਤ ਗੱਲਾਂ ਬਾਤਾਂ ਕੀਤੀਆਂ। ਇਹਨਾਂ ਦੀ ਮੇਰੀ ਮੰਮੀ ਨੂੰ ਲੈ ਕੇ ਜਿੱਦਾਂ ਘਰ ਦਾ ਟੂਰ ਕਰਾਇਆ, ਹਨਾ। ਅੱਛਾ। ਉੱਤੇ ਚਵਾਰੇ ਸੀਗੇ, ਉਹ ਦਿਖਾਏ, ਸਾਰਾ ਕੁਝ ਕੀਤਾ। ਤੇ ਇਹਨਾਂ ਦੇ ਮੰਮੀ ਕਹਿੰਦੇ ਵੀ ਸਾਡਾ ਮੁੰਡਾ ਤਾਂ ਬਹੁਤ ਸ਼ੌਕੀਨ ਆ। ਹਾਂ। ਤੇ ਹਰ ਰੋਜ਼ ਕੱਪੜੇ ਬਦਲਦਾ। ਅੱਛਾ। ਤੇ ਕੁੜੀ ਕਹਿੰਦਾ ਵੀ ਇੰਨੀ ਲੰਮੀ ਹੋਵੇ, ਪੜ੍ਹੀ ਲਿਖੀ ਹੋਵੇ, ਹਨਾ। ਮੇਰੀ ਮੰਮੀ ਦਾ ਇਹ ਜਵਾਬ ਸੀਗੇ, ਉਹਨਾਂ ਨੇ ਆ ਕੇ ਦੱਸਿਆ। ਕਹਿੰਦੇ, ਮੈਂ ਆਖਿਆ
ਬਈ ਕੁੜੀ ਸਾਡੀ ਤਾਂ ਬੇਸ਼ੱਕ ਹੋ ਸਕਦਾ ਥੋੜਾ ਬਾਲਾ ਤੁਹਾਡੇ ਮੁੰਡੇ ਦੇ ਐਨ ਬਰਾਬਰ ਹੋਊਗੀ, ਹਾਂਜੀ ਬਈ ਛੋਟਿਆਂ ਚੋਂ ਨਹੀਂ ਹੈਗੀ ਹਨਾ। ਪੜ੍ਹਾਈ ਵੀ ਕਿਉਂਕਿ ਇਹ BA BT ਸੀਗੇ, ਮੈਂ ਹਾਂਜੀ। BA B.Ed ਸੀ, ਜੀ ਤੇ ਉਹਦੀ ਪੜ੍ਹਾਈ ਵੀ ਓਨੀ ਆ। ਤੇ ਉਹ ਕਹਿੰਦੇ ਸਰਦਾਰਨੀਏ ਆਪਦੇ ਬੇਟੇ ਦੇ ਤਾਂ ਹਰ ਕੋਈ ਕੱਪੜੇ ਬਦਲਾ ਦਿੰਦਾ, ਹਾਂਜੀ ਹਰ ਰੋਜ਼। ਹਾਂ ਗੱਲ ਹੁੰਦੀ ਆ ਜਿਹੜਾ ਆਪਦੀ ਨੂੰਹ ਦੇ ਹਰ ਰੋਜ਼ ਬਦਲਾਵੇ, ਵਾਹ ਜੀ ਹਾਂ। ਹਨਾ। ਇਹਨਾਂ ਦੀ ਮੰਮੀ ਨੇ ਮੈਨੂੰ ਦੱਸਿਆ ਵੀ ਤੇਰੀ ਮਾਂ ਬਹੁਤ ਹੌਸਲੇ ਵਾਲੀ ਸੀ, ਜਿਹਨੇ ਇੰਨੀ ਗੱਲ ਦੇਖ ਲਓ। ਉਹਨੇ ਮੈਨੂੰ ਇਹ ਕਿਹਾ ਬਈ ਹਨਾ ਬਈ ਜਿਹੜਾ ਬਗਾਨੀ ਧੀ ਦੇ ਕੱਪੜੇ ਬਦਲਾਵੇ ਨਾ, ਹਾਂ ਉਹ ਗੱਲ ਹੁੰਦੀ ਆ। ਗੱਲ ਤਾਂ ਉਹ ਤੇ ਹੁੰਦੀ ਆ। ਨਾਲੇ ਮੰਮੀ ਮੇਰੀ ਕਹਿੰਦੀ ਸਰਦਾਰਨੀਏ ਤੂੰ ਆ ਮੁੰਡੇ ਵਾਲੀ, ਹਾਂ ਮੈਂ ਆ ਕੁੜੀ ਵਾਲੀ ਹਨਾ। ਹਾਂਜੀ ਪਰ ਮੇਰੀ ਕੁੜੀ ਤੇਰੇ ਮੁੰਡੇ ਨੂੰ ਭੋਰਾ ਘੱਟ ਨਹੀਂ। ਜੇ ਤੇਰੇ ਮੁੰਡੇ ਨੂੰ ਮੇਰੀ ਕੁੜੀ ਪਸੰਦ ਨਾ ਆਈ, ਹਾਂ ਹਾਂ ਉਹਨੂੰ ਕੋਈ ਪਸੰਦ ਨਹੀਂ ਆਉਣੀ। ਚਲੋ ਦੇਖੋ ਜੀ, ਇਹ ਤਾਂ ਦੋਨੋਂ ਮਾਵਾਂ ਦੀ ਆਪਸ ਵਿੱਚ, ਮਾਵਾਂ ਦੀ ਆਪਸ ਹਨਾ, ਵਿੱਚ ਹੀ, ਹਾਂਜੀ ਗੱਲਬਾਤ ਹਾਂਜੀ ਸੀਗੀ, ਹਾਂਜੀ। ਬਹੁਤ। ਤੁਹਾਡੇ ਪੇਕਾ ਪਿੰਡ ਕਿਹੜਾ ਹੈ ਜੀ? ਛਪਾਰ ਜੀ। ਛਪਾਰ, ਵਾਹ ਜੀ ਵਾਹ, ਛਪਾਰ ਤਾਂ ਮੇਲਾ ਲੱਗਦਾ ਜੀ ਬਹੁਤ ਬਹੁਤ ਭਾਰੀ। ਹਾਂਜੀ 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 ਹੈ ਨਾ। ਤੇ ਫਿਰ ਉਸ ਤੋਂ ਬਾਅਦ ਤੁਸੀਂ ਮਤਲਬ ਜਦੋਂ ਆਏ ਆ ਇੱਥੇ, ਹਾਂਜੀ ਤੁਸੀਂ ਪਹਿਲਾਂ ਇਕੱਲੇ ਆਏ ਸੀ? ਹਾਂਜੀ ਮੈਂ ਇਕੱਲਾ ਆਇਆ ਭੈਣ ਸੀ ਜੀ ਹੋਣੀ ਬਾਅਦ ਕਿਉਂਕਿ ਚ? ਜਿਹੜੇ ਮੇਰੇ ਬ੍ਰਦਰ ਹਾਂਗਕਾਂਗ ਰਹਿੰਦੇ ਸੀ, ਹਾਂਜੀ ਉਹ ਜਨਵਰੀ 70 ਚ ਇੱਥੇ ਆ ਗਏ ਸੀ। ਜੀ ਜੀ ਤੇ ਦੂਸਰੇ ਬ੍ਰਦਰ ਤਾਂ ਇੰਗਲੈਂਡ ਹੀ ਸੀਗੇ, ਮਲੇਸ਼ੀਆ ਤੋਂ ਇੰਗਲੈਂਡ ਆ ਗਏ ਸੀ। ਜੀ ਹਾਂਜੀ ਤੇ 14-15 ਸਾਲ ਮਲੇਸ਼ੀਆ ਰਹੇ, ਫਿਰ 68 ਚ ਇੰਗਲੈਂਡ ਆ ਗਏ। ਹਾਂਜੀ ਫਿਰ ਮੈਂ ਆਪਣੇ ਖਾਲਸਾ ਸਕੂਲ ਚ ਪੜਾਉਂਦਾ ਸੀ, ਜੀ ਤੇ ਉਹ ਫਿਰ ਮੈਂ ਉਹਨਾਂ ਨੂੰ ਮੈਨੇਜਰ ਨੂੰ ਤੇ ਪ੍ਰਿੰਸੀਪਲ ਨੂੰ ਕਿਹਾ ਸੀ ਪਹਿਲਾਂ ਹੀ ਸ਼ੁਰੂ ਚ ਵੀ ਮੈਂ ਬਿਲਕੁਲ ਪੜਾਉਂ, ਕੋਈ ਟਿਊਸ਼ਨ ਕੁਛ ਨਹੀਂ ਕਰਨੀ, ਮੈਂ ਹਾਂ ਉਦਾਂ ਹੀ ਪੜਾਉਂ ਮੈਂ। ਹਾਂ, ਤੇ ਮੈਨੂੰ ਮੇਰੀ ਸ਼ਰਤ ਇੱਕੋ ਹੈ, ਜਦੋਂ ਮੈਂ ਛੁੱਟੀ ਮੰਗਾ ਮੈਨੂੰ ਛੁੱਟੀ ਦੇ ਛੁੱਟੀ ਦਿਓ। ਦੇ ਦਿਓ। ਹਾਂ ਹਾਂ ਇੱਕ ਸਾਲ ਵਿਦਆਊਟ ਪੇ ਮੈਂ ਛੁੱਟੀ ਲਈ। ਅੱਛਾ ਜੀ। ਹਾਂਜੀ ਹਾਂ ਹਾਂ। ਤੇ ਫਿਰ ਮੈਂ ਇੱਧਰ ਆ ਗਿਆ। ਹਾਂਜੀ ਤੁਸੀਂ ਡਾਇਰੈਕਟਲੀ ਇੱਥੇ ਕੈਨੇਡਾ ਹੀ ਆਏ ਪੰਜਾਬ ਨਹੀਂ, ਮੈਂ ਤੋਂ ਹਾਂਗਕਾਂਗ ਜਾਂ ਰਿਹਾ ਪਹਿਲਾਂ? ਹਫਤਾ, ਅੱਛਾ ਜੀ। ਟੋਕੀਓ ਰਿਹਾ 2 ਦਿਨ, ਇੱਕ ਦਿਨ ਸੈਨ ਫਰਾਂਸਿਸਕੋ ਰਿਹਾ, ਹਨੂਲੂਲੂ ਰਿਹਾ ਹਵਾਈ, ਅੱਛਾ ਇੱਕ ਦਿਨ ਸੈਨ ਫਰਾਂਸਿਸਕੋ, ਫਿਰ ਮੈਂ ਸਿਆਟਲ ਆ ਗਿਆ। ਅੱਛਾ ਸਿਆਟਲ ਤੋਂ ਨਿੱਕਾ ਜਿਹਾ ਪਲੇਨ ਫੜਿਆ, ਕੈਂਬਰ ਰਿਵਰ ਵਿਕਟੋਰੀਆ ਜਾ ਉਤਰਿਆ। ਅੱਛਾ ਅੱਛਾ ਜੀ। ਵਿਕਟੋਰੀਆ ਤੋਂ ਮੇਰੇ ਬ੍ਰਦਰ ਉੱਥੋਂ ਰਹਿੰਦੇ ਸੀ ਕੈਂਬਰ ਰਿਵਰ, ਅੱਛਾ ਜੀ। ਹਾਂਗਕਾਂਗ ਵਾਲੇ, ਉਹ ਮੈਨੂੰ ਉੱਥੋਂ ਲੈ ਆਏ। ਸੋ ਥੋੜਾ ਕੁਝ ਮਹੀਨੇ ਫਿਰੇ ਤੁਰੇ, ਫਿਰ ਪਾਸ ਹੋ ਗਿਆ, ਇੰਟਰਵਿਊ ਹੋ ਗਈ, ਮੈਂ ਰਿਜ਼ਾਈਨ ਭੇਜਤਾ। ਹਾਂਜੀ ਫਿਰ ਇਹਨਾਂ ਦੇ ਪੇਪਰ ਭੇਜਤੇ, ਕੁਝ ਮਹੀਨਿਆਂ ਚ ਇਹ ਆ ਵੀ ਆ ਗਏ। ਗਿਆ। ਤੇ ਫਿਰ ਤੁਸੀਂ ਇੱਥੇ ਆ ਕੇ ਕੰਮ ਪਹਿਲਾਂ ਕਿਹੜਾ ਕੀਤਾ? ਅੱਛਾ, ਹੁਣ ਰਹੀ ਗੱਲ, ਦੇਖੋ ਜਦੋਂ ਕਿਸੇ ਨਵੇਂ ਥਾਂ ਤੇ ਆਉਨੇ ਆ ਹਾਂਜੀ ਤੇ ਉਹ ਇਹ ਹੁੰਦਾ ਹੈਗਾ ਵੀ ਮੈਂ ਇੱਥੇ ਆਇਆ, ਹਾਂਜੀ ਮੈਂ ਵੈਸੇ 2 ਦਿਨ ਮਿਲ 'ਚ ਕੰਮ ਕੀਤਾ ਕੈਂਬਰ ਰਿਵਰ। ਅੱਛਾ ਜੀ। ਹਾਂਜੀ, ਹਾਂ ਹਾਂ ਪਰ ਮੈਨੂੰ ਉੱਥੋਂ ਜਿਹੜਾ ਸੁਪਰਡੈਂਟ ਸੀ ਉਹ ਕਹਿੰਦਾ ਵਾਟ ਦੀ ਹੈਲ ਯੂ ਆਰ ਡੂਇੰਗ ਹੀਅਰ, ਗੋ ਟੂ ਵੈਂਕੂਵਰ, ਯੂ ਆਰ ਪੜ੍ਹਿਆ ਐਜੂਕੇਟਡ। ਲਿਖਿਆ ਇਨਸਾਨ ਹੁੰਦੇ ਸੋ ਇੱਥੇ ਆ ਗਏ। ਇੱਥੇ ਮੈਂ ਆਪਣਾ ਮੈਨੂੰ ਉਹਨਾਂ ਨੇ ਜਿਹੜਾ ਸੀਗਾ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਫ੍ਰੀ ਕੀਤਾ ਸੀ, ਉਹ ਲੈਬੋਰਟਰੀ ਵਰਕ ਜਿਹੜਾ ਸੀ ਨਾ, ਹਾਂਜੀ ਉਹ ਦਿੱਤਾ ਸੀ, ਕੈਮੀਕਲ ਲੈਬੋਰਟਰੀ ਅਸਿਸਟੈਂਟ। ਅੱਛਾ ਜੀ। ਉਹਦੇ ਤੇ ਮੈਨੂੰ ਉਹਨਾਂ ਨੇ ਕੀਤਾ। ਉਹ ਜੌਬ ਮੈਨੂੰ ਮਿਲੇ ਨਾ ਕਿਤੇ, ਹਾਂ ਕਿਉਂਕਿ ਉਹ ਕਹਿੰਦੇ ਵੀ ਓਵਰ ਕੁਆਲੀਫਾਈਡ। ਹਾਂਜੀ, ਅੱਛਾ। ਤੇ ਸਾਨੂੰ ਤਾਂ 12 ਪੜ੍ਹੇ ਹੋਏ ਚਾਹੀਦਾ। ਹਾਂਜੀ, ਤੇ ਨਾ ਮਿਲੀ। ਫਿਰ ਚਲੋ ਉਦੋਂ ਬਾਅਦ ਉਹ ਓਪਨ ਹੋ ਗਿਆ। ਪਰ ਜਿਹੜੀ ਪਹਿਲੀ ਜੌਬ ਮਿਲੀ ਉਹ 1973 ਚ 14 ਮਈ, ਅੱਛਾ ਹਾਂਜੀ, ਜੀ। $2.5 ਤੇ ਇੱਕ ਵੇਅਰ ਹਾਊਸ ਚ ਮਿਲੀ। ਅੱਛਾ ਜੀ। ਹਾਂ ਹਾਂਜੀ, ਉਹ ਜਿਹੜੇ $2.5 ਸੀ ਉੱਥੋਂ ਸ਼ੁਰੂ ਹੋਈ। ਫਿਰ ਮੈਂ ਫਸਟ ਏਡ, ਇੰਡਸਟਰੀਅਲ ਫਸਟ ਏਡ ਕਰ ਲਿਆ। ਜੀ। ਫਿਰ ਮੈਂ ਇੱਕ ਕ੍ਰੇਨ ਕੈਨੇਡਾ ਜਿਹੜੀ ਹੈਗੀ ਸੀ ਫੈਕਟਰੀ, ਹਾਂਜੀ ਉਹਦੇ ਵਿੱਚ ਮੇਰੀ ਜੌਬ ਸੀ, ਬਹੁਤ ਵਧੀਆ ਸੀ, $14-15 ਘੰਟੇ ਦੀ। ਫਿਰ ਉਹ ਕੀਤੀ 15 ਸਾਲ। ਉਸ ਸਮੇਂ ਦੇ ਦੌਰਾਨ ਤੁਹਾਡੇ ਬੱਚੇ ਪੈਦਾ ਹੋਏ ਨੇ, ਤੇ ਹਾਂਜੀ। ਤੁਸੀਂ ਪਿੰਜੀ ਕੰਮ ਮਤਲਬ ਜੌਬ ਕੀਤੀ ਇੱਥੇ ਆ ਕੇ? ਹਾਂਜੀ ਹਾਂਜੀ, ਮੈਂ ਆਈ ਜੀ, ਇਹ ਆਏ 72 ਵਿੱਚ, ਹਾਂਜੀ ਤੇ ਮੈਂ ਆਈ 73 ਦੇ ਵਿੱਚ। 73 ਚ। ਹਾਂਜੀ 73 ਦੇ ਵਿੱਚ ਪਹਿਲਾਂ, ਪਹਿਲੀ ਕਿਉਂਕਿ job- ਉਸ ਵੇਲੇ ਬਹੁਤ ਥੋੜੇ ਲੋਕ ਸੀਗੇ ਆਪਣੇ, ਹਾਂਜੀ ਨਾ। ਤੇ ਕਿਉਂਕਿ ਅਸੀਂ ਵੀ, ਮੈਂ ਖੁਦ ਵੀ ਇੰਗਲੈਂਡ ਤੋਂ 73 ਦੇ ਵਿੱਚ, ਇੰਗਲੈਂਡ ਪਹਿਲਾਂ ਆਏ ਹੋਏ ਸੀ, ਇੱਥੇ ਆਈ ਹਾਂ। ਤੇ ਅਸੀਂ ਭਾਵੇਂ ਟੋਰਾਂਟੋ ਰਹਿੰਦੇ ਸੀ, ਹਾਂਜੀ ਤੇ ਉੱਥੇ ਟਾਵੇਂ ਲੋਕ ਸੀਗੇ ਸਾਡੇ। ਇੱਧਰ ਸਾਨੂੰ ਪਤਾ ਹੈ ਕਿ ਇੱਧਰ ਪਹਿਲਾਂ ਦੇ ਆਏ ਹੋਏ ਨੇ ਲੋਕ, ਨਾ। ਹਾਂਜੀ। ਤੇ ਤੁਹਾਨੂੰ ਇੱਥੇ ਆ ਕੇ ਥੋੜਾ ਓਪਰਾ ਵੀ ਲੱਗਿਆ ਹੋਏਗਾ? ਓਪਰਾ ਤਾਂ ਲੱਗਿਆ, ਪਰ ਹੁਣ ਜਦ ਤੁਸੀਂ ਆਪਦੇ ਪੈਰਾਂ ਤੇ ਖੜਨਾ, ਹਾਂਜੀ ਹਾਂ ਹਾਂ ਤਾਂ ਫਿਰ ਤੁਹਾਨੂੰ ਸਟਾਰਟ ਕਰਨਾ ਪੈਣਾ ਕਿਤੋਂ, ਰਾਈਟ? ਜੀ।
ਉਸ ਵੇਲੇ ਫਿਰ ਮੇਰੀ ਜਿਹੜੀ ਪਹਿਲੀ ਜੌਬ ਸੀ ਜੈਨੀਟੋਰੀਅਲ ਦੀ ਸੀਗੀ ਯੈਸ ਯੈਸ ਹਾਂਜੀ ਹਾਂ ਸੋ ਆਫਿਸ ਆਫਿਸ ਬਿਲਡਿੰਗ ਦੇ ਵਿੱਚ ਹਾਂਜੀ ਡਾਊਨਟਾਊਨ ਹਾਂਜੀ। ਜਾਰਜੀਆ ਤੇ 1055 ਵੈਸਟ ਜੀ ਜਾਰਜੀਆ ਜੀ ਅਜੇ ਵੀ ਤੁਸੀਂ ਯਾਦ ਕਦੀ ਆ। ਭੁੱਲ ਨਹੀਂ ਸਕਦੇ ਰਾਇਲ ਬੈਂਕ 18 ਰੋਇਲ ਬੈਂਕ ਦੀ ਬਿਲਡਿੰਗ ਆ ਉਹ ਜੀ ਜੀ ਮੈਨੂੰ ਲਵਾਇਆ ਕਿਸੇ ਨੇ ਜਾਣਾ ਅੱਛਾ ਜੀ ਸਾਡੇ ਹਾਂਜੀ ਪਿੰਡ ਦੀ ਇਹਨਾਂ ਦੇ ਪਿੰਡ ਦੀ ਲੜਕੀ ਸੀ ਹੂੰ ਉਹਨਾਂ ਨੇ ਕਿਹਾ ਕਹਿੰਦੇ ਰਾਜ ਮੇਰਾ ਤੈਨੂੰ ਕਹਿਣ ਨੂੰ ਜੀ ਤਾਂ ਨਹੀਂ ਕਰਦਾ ਮੈਨੂੰ ਪਤਾ ਤੂੰ ਪੜ੍ਹੀ ਲਿਖੀ ਆ right? ਹਾਂਜੀ ਪਰ ਕਿਉਂਕਿ ਪਹਿਲਾਂ ਤੁਹਾਨੂੰ ਹੁਣ ਜੌਬ ਚਾਹੀਦੀ ਹੈ ਜੇ ਚਾਹੀਦੀ ਤੈਨੂੰ ਨਹੀਂ ਮਾਈਂਡ ਜਿੱਥੇ ਮੈਂ ਕਰਦੀ ਆ ਨਾ ਮੈਂ ਐਪਲੀਕੇਸ਼ਨ ਤੇਰੀ ਲੈ ਲੈਣੀ ਆ ਹਾਂ ਤੇ ਤੂੰ ਉੱਥੇ ਕਰ ਲਈ ਜਿੰਨੀ ਦੇਰ ਹੋਰ ਨਹੀਂ ਮਿਲਦੀ ਜਿੰਨੀ right? ਦੇਰ ਮੈਂ ਹੋਰ ਕਿਹਾ, ਨਹੀਂ "Okay, ਹਾਂ that's ਠੀਕ fine." ਹੈ ਹਾਂਜੀ ਹਾਂ ਸੋ ਉੱਥੇ ਜੀ 18ਵੀਂ ਫਲੋਰ ਤੇ 22ਵੀਂ ਫਲੋਰ ਆਪਾਂ ਕਰਨੇ ਅੱਛਾ ਜੀ ਜਦ ਮੈਂ ਜਾਣਾ ਤੇ ਆਫਿਸ ਵਾਲਿਆਂ ਸਾਰਿਆਂ ਨੇ ਬਾਹਰ ਨੂੰ ਜਾਣਾ ਤੇ ਮੈਂ ਯੰਗ ਸੀਗੀ ਹਨਾ। ਹਾਂਜੀ ਹਾਂ ਹਾਂ ਗੋਰੀਆਂ ਮੈਂ ਬੋਲ ਲੈਂਦੀ ਸੀ ਇੰਗਲਿਸ਼ ਹੈ ਨਾ ਗੋਰੀਆਂ ਨੇ ਮੇਰੇ ਨਾਲ ਗੱਲ ਕਰ ਲੈਣੀ ਉਹਨਾਂ ਨੇ ਮੈਨੂੰ ਕਹਿਣਾ ਤੂੰ ਇੱਥੇ ਇਹ ਕਿਉਂ ਕਰਦੀ ਆ ਅੱਛਾ ਜੀ ਮੈਂ ਕਿਹਾ ਮੈਂ ਨਵੀਂ ਆ ਹਾਂ ਰਾਈਟ ਆਈ ਨੀਡ ਅ ਜੌਬ ਉਹਨਾਂ ਨੇ ਮੈਨੂੰ ਪੁੱਛਣਾ ਬਈ ਤੂੰ ਇਹ ਕੰਮ ਕਿਉਂ ਕਰਦੀ ਆ ਮੈਂ ਕਿਹਾ ਅਸੀਂ ਮੈਂ ਨਵੀਂ ਆ ਰਾਈਟ ਹਾਂਜੀ ਸਾਨੂੰ ਮਨੀ ਚਾਹੀਦੀ ਆ ਆਪਾਂ ਇਦਾਂ ਕਰਦੇ ਆ ਰਾਜ ਭੈਣ ਜੀ ਹਾਂਜੀ ਇੱਕ ਲੈ ਲਈਏ ਛੋਟੀ ਜਿਹੀ ਬ੍ਰੇਕ ਤੇ Sure. ਹੁਣੇ ਗਏ ਤੇ ਹੁਣੇ ਤੇ ਆ ਹੁਣ ਲੋ ਜੀ ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਏ ਹਾਂ ਤੇ ਗੱਲਬਾਤ ਕਰਦੇ ਰਾਜ ਭੈਣ ਜੀ ਹੁਣਾਂ ਨਾਲ ਵੀ ਤੁਸੀਂ ਜਿਹੜੀ ਉਹ ਆਫਿਸ ਬਿਲਡਿੰਗ ਸੀ ਹਾਂਜੀ ਉਹਦੇ ਵਿੱਚ 18ਵੀਂ ਫਲੋਰ ਤਾਂ 22ਵੀਂ ਫਲੋਰ ਤੇ ਕੰਮ ਕਰਦੇ ਸੀ ਹਾਂਜੀ ਪਹਿਲਾਂ ਆ ਕੇ ਲੱਗਿਆ ਵੀ ਕਿੰਨੀ ਉੱਚੀ ਦੂਰ ਤੱਕ ਜਾਂਦੇ ਆ ਨਾ ਬਹੁਤ ਔਖਾ ਲੱਗਿਆ ਜੀ ਦੇਖੋ 5:30 ਵਜੇ ਸ਼ਿਫਟ ਸ਼ੁਰੂ ਹੋਣੀ ਰਾਤ ਨੂੰ 1:30 ਵਜੇ ਤੱਕ ਚੱਲਣੀ ਅੱਛਾ ਜੀ ਫਿਰ ਡਾਊਨਟਾਊਨ ਦੇ ਵਿੱਚੋਂ ਬੱਸ ਲੈਣੀ ਹਾਂਜੀ ਬੱਸ ਲੈ ਕੇ ਫਿਰ ਵਾਪਸ ਆਉਣਾ ਵਾਪਸ ਆਉਣਾ ਜਿੱਥੇ ਅਸੀਂ ਰਹਿੰਦੇ ਸੀ ਬੇਸਮੈਂਟ ਦੇ ਵਿੱਚ ਉੱਥੇ ਤੱਕ ਤਾਂ ਆ ਕੇ ਤਕਰੀਬਨ ਬੱਸ ਖਾਲੀ ਹੋ ਜਾਂਦੀ ਸੀਗੀ ਹਾਂਜੀ ਤੇ ਉੱਥੇ ਇੱਕ ਦਿਨ ਕੀ ਹੋਇਆ ਇੱਕ ਮੁੰਡਾ ਮੈਂ ਮੂਰਲੀ ਖਿੜਕੀ ਥਈ ਉਤਰੀ ਤੇ ਉਹ ਮਗਰਲੀ ਥਈ ਉਤਰ ਕੇ ਉਹ ਮੇਰੇ ਮਗਰ ਆਉਂਦਾ ਸੀਗਾ ਮੈਂ ਡਰਦੀ ਸੀ ਉਦਾਂ ਹੀ ਵੀ ਪਤਾ ਨਹੀਂ ਹਨਾ ਕਿਵੇਂ ਤੇ ਮੈਂ ਫਿਰ ਘਰੇ ਆਈ ਤੇ ਮੈਂ ਇਹਨਾਂ ਨੂੰ ਕਿਹਾ ਉਹ ਪਾਰਕ ਦੇ ਕੋਲੇ ਬੱਸ ਸਟਾਪ ਹੁੰਦਾ ਸੀਗਾ ਜੀ ਮੈਂ ਕਿਹਾ ਕੱਲ ਨੂੰ ਮੈਂ ਤੁਹਾਨੂੰ ਉੱਥੇ ਆਉਣਾ ਪੈਣਾ ਆਉਣਾ ਹਾਂ ਹਾਂ ਮੈਨੂੰ ਡਰ ਲੱਗਿਆ ਅੱਜ ਜੀ ਜੀ ਹਾਂਜੀ ਤੇ ਫਿਰ ਮੈਂ ਅੱਧਾ ਬਲਾਕ ਉਹ ਸੀ ਫਿਰ ਰੋਡ ਕ੍ਰਾਸ ਕਰਨੀ ਫਿਰ ਤੀਜਾ ਘਰ ਸਾਡਾ ਸੀਗਾ ਬੇਸਮੈਂਟ ਜਿਹਦੇ ਨੇਰੇ ਜੇ ਚ ਅੱਗੇ ਬੇਸਮੈਂਟ ਹਾਂਜੀ ਕਿੱਦਾਂ ਦੀਆਂ ਹਾਂਜੀ ਹੁੰਦੀਆਂ ਨੀਵੀਆਂ ਸੀਗੀਆਂ ਹੁੰਦੀਆਂ ਸੀ ਤੇ ਇਹ ਕਹਿੰਦੇ ਠੀਕ ਹੈ ਮੈਂ ਕੱਲ ਨੂੰ ਆ ਜਾਊਂ ਦੂਸਰੇ ਦਿਨ ਜਦ ਇਹ ਗਏ ਤਾਂ ਜਿਹੜਾ ਡਰਾਈਵਰ ਸੀ ਉਹਨੇ ਨੋਟਿਸ ਕਰ ਲਿਆ ਅੱਛਾ ਜੀ ਹਾਂ ਹਾਂ ਵੀ ਇਹਨੂੰ ਕੋਈ ਲੈਣ ਆਇਆ ਹਨਾ ਉਹ ਮੈਨੂੰ ਤੀਸਰੇ ਦਿਨ ਕਹਿੰਦਾ ਮੈਂ ਕੱਲ ਤੈਨੂੰ ਕੋਈ ਮੈਂ ਕਿਹਾ ਮੈਂ ਆਪਦੇ ਹਸਬੰਡ ਨੂੰ ਕਿਹਾ ਸੀ ਕਿਉਂਕਿ ਮੈਂ ਡਰਦੀ ਸੀ ਉਸ ਦਿਨ ਮੈਨੂੰ ਐ ਲੱਗਿਆ ਵੀ ਜਿਵੇਂ ਕੋਈ ਮੈਨੂੰ ਫਾਲੋ ਪਿੱਛਾ ਕਰਦਾ ਕਰ ਰਿਹਾ ਆ ਹਾਂ ਉਹ ਕਹਿੰਦਾ ਨਹੀਂ ਹਾਂ ਉਹਨੇ ਸਵੇਰ ਨੂੰ ਕੰਮ ਤੇ ਜਾਣਾ ਕਹਿੰਦਾ ਉਹਨੂੰ ਨਾ ਕਹੇ ਮੈਂ ਤੈਨੂੰ ਐਨ ਉਸ ਬਲਾਕ ਦੇ ਖੂੰਜੇ ਤੇ ਕਢਾਉਂ ਬਸ ਅੱਛਾ ਜਿੰਨੀ ਦੇਰ ਤੂੰ ਆਪਦੇ ਘਰ ਦੇ ਅੰਦਰ ਨਹੀਂ ਚਲੀ ਗਈ ਮੈਂ ਬਸ ਬਸ ਨਹੀਂ ਤੁਰਨ ਦੇਖ ਲਓ ਇੰਨੇ ਚੰਗੇ ਬੰਦੇ ਹੁੰਦੇ ਸੀ ਹਾਂਜੀ ਪਰ ਭਾਵੇਂ ਦੇਖ ਲਓ ਕਹਿੰਦੇ ਕਿ ਉਹਨਾਂ ਦਿਨਾਂ ਦੇ ਵਿੱਚ ਫਿਰਕਾ ਪ੍ਰਸਤੀ ਬਹੁਤ ਸੀ ਬਹੁਤ ਗੁਰੇ ਤੰਗ ਕਰਦੇ ਸੀ ਪਰ ਬਹੁਤ ਚੰਗੇ ਵੀ ਸਨ ਲੋਕ ਬਹੁਤ ਚੰਗੇ ਵੀ ਸੀ ਹਾਂਜੀ ਕੋਈ ਸ਼ੱਕ ਫਿਰ ਉਹ ਨਹੀਂ ਤੋਂ ਉਹ ਕਿੰਨਾ ਕੁ ਚਿਰ ਤੁਸੀਂ ਕੰਮ ਕੀਤਾ ਉਹ ਜੀ ਮੈਂ ਕੀਤਾ 10 ਹਫ਼ਤੇ ਅੱਛਾ ਜੀ 10 ਹਫ਼ਤਿਆਂ ਬਾਅਦ ਮੈਨੂੰ ਜੌਬ ਮਿਲ ਗਈ ਹੋਰ ਅੱਛਾ ਜੀ ਪਰਡੀਜ਼ ਚਾਕਲੇਟ ਦੀ ਫੈਕਟਰੀ ਹਾਂਜੀ ਹਾਂ 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 ਉਹ ਵੀ ਸਾਡੇ ਇੱਕ ਸੀਗੇ ਬੰਦੇ ਰਿਸ਼ਤੇਦਾਰੀ ਚੋਂ ਹੀ ਉਹ ਬੰਦਾ ਕੰਮ ਕਰਦਾ ਸੀ ਉਹ ਮੈਨੂੰ ਕਹਿੰਦਾ ਰਾਜ ਤੂੰ ਉੱਥੇ ਆ ਜਾ ਹਾਂ ਮੈਂ ਕਿਹਾ ਮੈਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਹਾਂ ਕਹਿੰਦਾ ਨਹੀਂ ਤੇਤੋਂ ਕਹਿੰਦਾ ਤੂੰ ਯੰਗ ਆ ਉੱਥੇ 70 ਸਾਲ ਦੀਆਂ ਬੁੜੀਆਂ ਕੰਮ ਕਰਦੀਆਂ ਨੇ ਤੈਨੂੰ ਹਾਂਜੀ ਮੈਂ ਕੰਮ ਸਿਖਾਉਂ ਅੱਛਾ ਜੀ ਕਿਚਨ ਦੇ ਵਿੱਚ ਉਹ ਕੈਂਡੀ ਕੁੱਕ ਸੀਗਾ ਹਾਂਜੀ ਕੈਂਡੀ ਮੇਕਰ ਤੇ ਮੈਨੂੰ ਹੈਲਪਰ ਉਹਨੇ ਲਵਾ ਲਿਆ ਠੀਕ ਹੈ ਉੱਥੇ ਜੀ ਦੇਖ ਲਓ ਫਿਰ 18 ਸਾਲ ਲਾਏ ਤੁਸੀਂ ਘਰ ਵੀ ਬੜੇ ਵੇਚੇ ਆ ਉਹ ਅਸੀਂ 92 ਵਿੱਚ ਇਹ ਇਹਨਾਂ ਨੇ ਤੁਸੀਂ ਕਿਹੜੇ ਸਾਲ ਹਾਂਜੀ ਚ ਮੈਂ ਕੀਤਾ ਮੈਂ 92 ਚ ਜੁਆਇਨ ਕੀਤਾ ਸੀ ਇਹਨਾਂ ਨੂੰ ਯਾ ਇਸ ਤਰ੍ਹਾਂ ਹੋਇਆ ਜੀ ਹਾਂਜੀ ਕਿਉਂਕਿ ਇਹ ਸਾਰਾ ਕੁਝ ਨਾ ਜਦੋਂ ਤੁਸੀਂ ਨਵੇਂ ਥਾਂ ਤੇ ਆਉਣੇ ਜਿਵੇਂ 1 ਜੁਲਾਈ 72 ਜਮਾ ਆਇਆ ਸੀ ਹਾਂਜੀ ਕੈਨੇਡਾ ਡੇ ਤੇ ਜੀ ਤੇ ਇਹ ਤੁਹਾਡੀ ਲਾਈਫ ਦੀ ਪ੍ਰੋਗਰੈਸ਼ਨ ਹੈ ਜੀ ਹਾਂਜੀ ਸਟਾਰਟ ਤਾਂ ਕਿਤੋਂ ਕਰਨਾ ਹੀ ਆ ਕਰਨਾ ਹੀ ਹਾਂਜੀ ਹਾਂਜੀ ਇਹ 'ਚ ਕੋਈ ਮਿਹਣਾ ਨਹੀਂ ਹੂੰ ਮੈਂ ਵੈਂਕੂਵਰ ਆ ਕੇ ਵੀ 2 ਦਿਨ ਮਿਲ 'ਚ ਕੰਮ ਕੀਤਾ ਸੀ ਹਾਂਜੀ ਵੇਅਰ ਹਾਊਸ ਦੇ ਵਿੱਚੋਂ ਛੁੱਟੀ ਲੈ ਕੇ ਹਾਂਜੀ ਪਰ ਉਹ ਚਲੋ ਐਨੀਵੇ ਉਦੋਂ ਬਾਅਦ ਫਿਰ ਕ੍ਰੇਨ ਕੈਨੇਡਾ ਚਲਾ ਗਿਆ ਫਿਰ ਇਹ ਜਦੋਂ ਮੈਂ ਕ੍ਰੇਨ ਕੈਨੇਡਾ 'ਚ ਵੀ 15 ਸਾਲ ਕੰਮ ਕੀਤਾ ਅੱਛਾ ਜੀ ਹਾਂਜੀ ਲਾਹੌਡ ਮਾਲ ਦੇ ਨੇੜੇ ਹਾਂਜੀ ਹਾਂਜੀ ਉੱਥੋਂ ਮੈਂ
ਮੈਨੂੰ ਲੱਗ ਗਿਆ ਸੀ ਪਤਾ ਵੀ, ਹਾਲਾਂਕਿ ਮੇਰੀ ਵਧੀਆ ਟੇਬਲ ਜੌਬ ਸੀ ਕਿ ਵੀ ਇਹ ਸ਼ਾਇਦ ਮਾਲ ਹੁਣ ਹੋਰ ਕਿਤੋਂ ਲੈ ਕੇ ਬੰਦ ਨਾ ਹੋ ਜਾਏ। ਮੈਂ ਚੁੱਪ ਕਰਕੇ ਰੀਅਲ ਏਸਟੇਟ ਦਾ ਕੋਰਸ ਕਰ ਲਿਆ। ਹਾਂਜੀ, ਸੋ ਮੈਂ 87 ਦੇ ਵਿੱਚ ਰੀਅਲ ਏਸਟੇਟ ਬਣ ਗਿਆ ਦਸੰਬਰ 'ਚ। ਤੇ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਕੰਮ ਛੱਡ ਦਿੱਤਾ ਕਿਉਂਕਿ ਇਹਨਾਂ ਦੀ ਪ੍ਰਮੋਸ਼ਨ ਦੇ ਵਿੱਚ ਰੁਕਾਵਟ ਪਾਈ ਉਹਨਾਂ ਨੇ। ਗੋਰੀ ਜੂਨੀਅਰ ਨੂੰ ਉੱਪਰ ਕਰਤਾ ਹਾਂਜੀ। ਤੇ ਫਿਰ ਮੈਂ ਕਿਹਾ ਇਹਨਾਂ ਨੇ ਵੀ ਕਰ ਲਿਆ। 92 ਚ 92 ਚ ਅਸੀਂ ਰੀਅਲ ਏਸਟੇਟ ਦੋਨੋਂ ਬਣ ਗਏ। ਅਸੀਂ 9-10 ਸਾਲ ਇਕੱਠਿਆਂ ਨੇ ਕੰਮ ਕੀਤਾ ਰੀਅਲ ਏਸਟੇਟ ਦਾ। ਜਦੋਂ ਤੁਸੀਂ ਜੌਬ ਕਰਦੇ ਸੀ, ਬੱਚੇ ਪੈਦਾ ਹੋ ਗਏ ਸਨ, ਮੁਸ਼ਕਲਾਂ ਤਾਂ ਆਈਆਂ ਹੋਣਗੀਆਂ ਕਿਉਂਕਿ ਘਰ ਦੇ ਵਿੱਚ ਦਾਦੀ ਨਾਨੀ ਨਾ ਹੋਣ ਕਰਕੇ ਆਪਾਂ ਨੂੰ, ਕਿਉਂਕਿ ਮੈਨੂੰ ਵੀ ਆਈਆਂ, ਤੇ ਇਸ ਕਰਕੇ ਮੈਂ ਸਮਝਦੀ ਹਾਂ ਔਰ ਮੈਂ ਜਾਣਦੀ ਹਾਂ। ਮੈਂ ਬੜੀ ਕਿਸਮਤ ਵਾਲੀ ਸੀ ਕਿ ਮੈਨੂੰ ਮੇਰੀ ਬੇਟੀ ਵੱਡੀ ਆ, ਉਹਦੇ ਲਈ ਮੈਨੂੰ ਇੱਕ ਬਹੁਤ ਵਧੀਆ ਗੋਰੀ ਮਿਲੀ ਸੀ ਜਿਹੜੀ ਪੈਸੇ ਲਈ ਬੇਬੀ ਸਿਟ ਨਹੀਂ ਕਰਦੀ ਸੀ, ਉਹ ਕੰਪਨੀ ਚਾਹੁੰਦੀ ਸੀ ਕਿਸੇ ਬੱਚੇ ਦੀ ਨਾ। ਤੇ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਤੁਹਾਨੂੰ ਵੀ ਸਾਹਮਣਾ ਕਰਨਾ? ਮੁਸ਼ਕਲਾਂ ਵੀ ਆਈਆਂ ਕਿਉਂਕਿ ਦੇਖੋ $2.5 ਚਲੋ $2.5 ਹੋਰ ਲੋਕ ਉਹਨਾਂ ਦਿਨਾਂ ਵਿੱਚ ਲੇਡੀਜ਼ $75 ਤੇ ਵੀ ਕੰਮ ਕਰਦੀਆਂ ਸੀ। ਮੈਂ $2.5 ਤੁਹਾਨੂੰ ਇੱਕ ਮਾੜੀ ਜਿਹੀ ਫਨੀ ਗੱਲ ਵੀ ਸੁਣਾਉਂਦੀ ਹਾਂ। $2.41 ਜਿਹੜੀ ਕਲੀਨਿੰਗ ਜੌਬ ਸੀ ਉਹਦੇ ਸੀਗੇ ਜੀ। ਜਦੋਂ ਮੈਂ ਗਈ ਪਰਡੀਜ਼ ਦੀ ਐਪਲੀਕੇਸ਼ਨ ਕਰਨ, ਉੱਥੇ ਇੱਕ ਖਾਨਾ ਹੁੰਦਾ ਨਾ ਵੀ ਤੁਸੀਂ ਕਿੰਨੀ ਕੁ ਵੇਜਸ ਐਕਸੈਪਟ ਕਰਦੇ ਹੋ ਹਨਾ। ਮੈਂ ਉੱਥੇ ਲਿਖ ਦਿੱਤਾ ਵੀ $2.50। ਅੱਛਾ ਜੀ, ਵੀ ਮੇਰੇ 241 ਉੱਥੇ ਨੇ। ਉਹ ਵੀ ਬਹੁਤ ਹੱਸਿਆ ਮਾਲਕ ਸੀ ਜਿਹੜਾ ਹਨਾ। ਨੋ ਪ੍ਰੋਬਲਮ। ਮੈਂ ਐਪਲੀਕੇਸ਼ਨ ਕਰਨ ਗਈ, ਕਹਿੰਦਾ ਕਦੋਂ ਸਟਾਰਟ ਕਰਨਾ? ਮੈਂ ਕਿਹਾ ਲੰਚ ਮੇਰੇ ਕੋਲੇ ਆ, ਜੇ ਰੱਖਣਾ ਤਾਂ ਇੱਥੇ ਬਹਿ ਜਾਨੀ ਆ, ਨਹੀਂ ਮੈਂ ਦੂਜੀ ਕੰਪਨੀ ਚਲੀ ਜਾਣਾ। ਰਾਤ ਦੀ ਸ਼ਿਫਟ ਉਹਦੀ ਸੀਗੀ ਰਾਈਟ। ਉਹਨਾਂ ਨੇ ਮੈਨੂੰ ਕਹਿੰਦੇ ਅੱਜ ਟਾਈਮ ਤੇਰਾ ਰਹਿੰਦਾ 2-3 ਘੰਟੇ ਹੇਠਾਂ ਲੰਚ ਰੂਮ 'ਚ ਜਾ ਕੇ ਬਹਿ ਜਾ। ਆਪਾਂ ਜੀ ਜੌਬ ਉੱਥੋਂ ਸਟਾਰਟ ਕਰ ਲਈ ਚਲੋ 10 ਵੀਕਾਂ ਉੱਥੇ ਕੀਤਾ, 10 ਉੱਥੇ ਕੀਤਾ। ਮੈਂ ਪ੍ਰੈਗਨੈਂਟ ਸੀ ਹਾਂਜੀ, ਮੇਰੀ ਡਾਟਰ ਨੇ ਹੋਣਾ ਸੀ ਹਨਾ। ਤੇ ਆਪਾਂ ਜੀ ਕੰਮ ਛੱਡ ਦਿੱਤਾ। ਅੱਛਾ ਜੀ ਹਾਂ। ਪਰ ਕਿਉਂਕਿ 10 ਵੀਕਾਂ ਉੱਥੇ ਨਹੀਂ ਸੀ ਪੂਰੀਆਂ ਹੋਈਆਂ, 10 ਉੱਥੇ ਨਹੀਂ ਸੀ ਪੂਰੀਆਂ ਹੋਈਆਂ, ਉਹ ਬਣੀਆਂ ਜੀ 19 ਵੀਕਾਂ। ਅੱਛਾ ਜੀ ਹਾਂ। ਆਪਦੇ ਜਾਣੇ ਬਣਾ ਲੀਆਂ। ਇੱਕ 'ਚ 9 ਵੀਕ ਕਰਕੇ 2 ਦਿਨ ਕੀਤਾ ਸੀ ਕੰਮ, ਇੱਕ 'ਚ 9 ਵੀਕ ਕਰਕੇ 3 ਦਿਨ ਕੀਤਾ ਸੀ ਸੇਮ ਵੀਕ 'ਚ ਹਾਂਜੀ। ਸੋ ਆਪਾਂ ਨੂੰ ਜੀ ਉਹ ਕਹਿੰਦੇ ਨਹੀਂ ਤੁਹਾਨੂੰ EI ਕੁਛ ਨਹੀਂ ਮਿਲਣੀ ਹਾਂਜੀ। 19 ਵੀਕਾਂ ਨੇ ਸੇਮ ਚੀਜ਼ ਮੈਂ ਚਾਹੀਦੀਆਂ ਸੀ, ਮੇਰੀ ਵੀ ਸੇਮ ਚੀਜ਼ ਸੀ ਚਾਹੀਦੀਆਂ ਸੀ ਪਤਾ ਨਹੀਂ ਸੀਗਾ ਬਸ। ਫਿਰ ਉਹ ਮਿਲੇ ਨਾ ਫਿਰ ਹਾਂਜੀ ਉਸ ਤੋਂ ਬਾਅਦ। ਪਰ ਕਿ ਬੱਚੇ ਦੋਨੋਂ ਜਦੋਂ ਹੋਏ, ਮੈਂ ਜਿੰਨੀ ਵਾਰੀ 18 ਸਾਲ ਕੰਮ ਕੀਤਾ ਹਾਂਜੀ, ਉਹਨਾਂ ਨੇ ਕਦੇ ਮੈਨੂੰ ਇਹ ਨਹੀਂ ਸੀ ਕਿਹਾ ਬਈ ਐਪਲੀਕੇਸ਼ਨ ਕਰ ਹਾਂਜੀ, ਜੌਬ ਛੱਡ ਦੇਣੀ, ਜਦੋਂ ਠੀਕ ਆ ਫਿਰ ਚਲੇ ਜਾਣਾ ਕਦੇ ਨਹੀਂ ਸੀ ਉਹਨਾਂ ਨੇ। ਹਾਂਜੀ ਹਾਂਜੀ ਵਧੀਆ, ਮਤਲਬ ਵਧੀਆ। ਇਹਦਾ ਮਤਲਬ ਜਿਹੜਾ ਤੁਹਾਡਾ ਸਫ਼ਰ ਜ਼ਿੰਦਗੀ ਦਾ ਕੈਨੇਡਾ ਵਿੱਚ ਬਹੁਤ ਸੋਹਣਾ ਨਿਕਲ ਰਿਹਾ ਹੈ। ਤੇ ਹੁਣ ਅੱਜ ਕੱਲ੍ਹ ਕੀ ਕਰਦੇ ਆ? ਦੇਖੋ ਜੀ, ਪਹਿਲਾਂ ਤਾਂ ਇਹ ਤੁਹਾਨੂੰ ਦੱਸ ਦਈਏ ਵੀ ਹਮ ਦੋ ਹਮਾਰੇ ਦੋ ਹਾਂ ਜੀ, ਇੱਕ ਬੇਟਾ ਬੇਟੀ। ਇਹਨਾਂ ਦਾ ਜਨਮ ਇੱਥੋਂ ਦਾ। ਪੜ੍ਹਾਈ ਬੜੀ ਸੋਹਣੀ ਉਹਨਾਂ ਦੀ ਹੋ ਗਈ ਦੋਨਾਂ ਦੀ ਹਾਂਜੀ। ਤੇ ਹਰਮਨ ਨੂੰ ਤਾਂ ਮੈਂ ਤਕਰੀਬਨ ਹਰ ਹਫਤੇ ਨਿਊਜ਼ਪੇਪਰ ਵੀ ਦੇਖ ਲੈਂਦੀ ਆ ਹਾਂਜੀ। ਹਰਮਨ ਟੀਚਰ ਬਣ ਗਿਆ ਹਾਂਜੀ। ਅਸੀਂ ਟੀਚਰ ਸੀ ਇੰਡੀਆ। ਬੇਟੀ ਪੜ੍ਹਾਈ ਕਰਕੇ ਹਾਰਵਰਡ ਚਲੀ ਗਈ। ਅੱਛਾ ਜੀ ਹਾਂਜੀ, ਉਹ ਡਿਪਲੋਮੈਟ ਬਣ ਗਈ। ਪਹਿਲਾਂ ਕੈਨੇਡਾ ਗਵਰਨਮੈਂਟ ਦੇ ਵਿੱਚ ਪਾਲਿਸੀ ਐਡਵਾਈਜ਼ਰ ਰਹੀ ਜੀ। ਹਾਰਵਰਡ ਤੋਂ ਬਾਅਦ ਫਿਰ ਉਹ ਆਪਣੇ ਹੁਣ ਡਿਪਲੋਮੈਟ ਹੈਗੀ ਆ ਹਾਂਜੀ। ਤੇ ਬੜੀ ਮਹਾਰਾਜ ਦੀ ਕਿਰਪਾ ਹੋਈ, ਬੱਚਿਆਂ ਦੀ ਪੜ੍ਹਾਈ ਵਧੀਆ ਹੋ ਗਈ। ਇਹੀ ਮੈਂ ਤਾਂ ਆਪਣੇ ਤੌਰ ਤੇ ਅੱਜ ਕੱਲ੍ਹ ਇਹੀ ਕਹਿਣਾ ਕਿ ਐਜੂਕੇਸ਼ਨ ਇਹੀ ਦੌਲਤ ਹੈ, ਇਹੀ ਦਾਜ ਦਹੇਜ ਹੈ। ਬਿਲਕੁਲ ਜੀ, ਬਿਲਕੁਲ ਐਜੂਕੇਸ਼ਨ ਹੀ ਸਭ ਕੁਛ ਹੈ। ਦੇਖੋ ਜੀ, ਜਿਹੜੇ ਸਮੇਂ ਤੇ ਤੁਸੀਂ ਕੈਨੇਡਾ ਆਏ, ਉਹਨਾਂ ਕੇ ਸਮਿਆਂ 'ਚ ਅਸੀਂ ਕੈਨੇਡਾ ਆਏ ਹਾਂ, ਤੇ ਜਿਹੜੀਆਂ ਚੇਂਜਸ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਦੇਖੀਆਂ, ਉਹ ਤੁਸੀਂ ਵੀ ਦੇਖੀਆਂ ਨਾ। ਜਿਹੜੇ ਹੁਣ ਜਿਸ ਢੰਗ ਦੇ ਨਾਲ ਲੋਕ ਆ ਰਹੇ ਨੇ, ਤੇ ਉਹ ਬਹੁਤ ਜ਼ਿਆਦਾ ਜਿਹਨੇ ਸਾਡੀ ਕਮਿਊਨਿਟੀ ਨੂੰ ਡਾਊਨ ਵੀ ਕੀਤਾ ਆ। ਪਰ ਆਪਾਂ ਇਹ ਗੱਲ ਨੂੰ ਫੇਰ ਕਿਸ ਦਿਨ ਕਰਾਂਗੇ। ਪਰ ਮੈਂ ਤੁਹਾਡਾ ਜਿਹੜਾ ਇੱਕ ਹੋਰ ਆ, ਤੁਸੀਂ ਕਮਿਊਨਿਟੀ ਵਿੱਚ ਕਾਫੀ ਜਾਣੇ ਪਹਿਚਾਣੇ ਹੋ, ਕਾਫੀ ਕੰਮ ਕੀਤੇ ਕਮਿਊਨਿਟੀ ਵਿੱਚ ਤੁਸੀਂ, ਉਹਨਾਂ ਬਾਰੇ ਵੀ ਜ਼ਰੂਰ ਦੱਸੋ। ਉਹ ਇਸ ਤਰ੍ਹਾਂ ਜੀ ਬਈ ਕਹਿੰਦੇ ਨੇ ਬਈ ਚੈਰਿਟੀ ਬਿਗਨਸ ਐਟ ਹੋਮ। ਯੈਸ।
ਮਾਂ ਹੀ ਬੱਚੇ ਦੀ ਪਹਿਲੀ ਟੀਚਰ ਹੁੰਦੀ ਹੈ, ਹਾਂਜੀ ਘਰ ਹੀ ਬੱਚੇ ਦਾ ਪਹਿਲਾ ਸਕੂਲ ਹੁੰਦਾ। ਜੀ ਜਿਹੜੀਆਂ ਬੇਸਿਕ ਹੈਬਿਟਸ, ਬੇਸਿਕ ਆਦਤਾਂ ਬੱਚੇ ਦੀ ਜਿਹੜੀਆਂ ਬਣਦੀਆਂ ਨੇ ਉਹ ਘਰ ਚੋਂ ਬਣਦੀਆਂ ਹਾਂਜੀ ਜਾਂ ਸਕੂਲ 'ਚ ਚੰਗੇ ਟੀਚਰ ਮਿਲਣ। ਹਾਂਜੀ ਅਸੀਂ ਇਸ ਗੱਲੋਂ ਲੱਕੀ ਰਹੇ ਦੋਨੋਂ। ਸਾਨੂੰ ਹਾਂਜੀ ਮਾਤਾ ਪਿਤਾ ਕੋਲੇ ਚਾਹੇ ਕੋਈ ਬਹੁਤੀ ਐਜੂਕੇਸ਼ਨ ਨਹੀਂ ਸੀ, ਜੀ। ਪਰ ਸਮਾਜਿਕ ਤੌਰ ਤੇ ਬਹੁਤ ਸਿਆਣੇ, ਉਹਨਾਂ ਨੇ ਆਪਣੇ ਬੱਚਿਆਂ ਨੂੰ, ਔਲਾਦ ਨੂੰ ਪੜ੍ਹਾਇਆ ਤੇ ਸਾਨੂੰ ਉਹ ਚੀਜ਼ਾਂ ਅੱਜ ਤੱਕ ਸਾਡੇ ਨਾਲ ਨੇ ਜੀ। ਉਹ ਕਹਿੰਦੇ ਹੁੰਦੇ ਸੀ ਵੀ ਜਿੱਥੇ ਵੀ ਜਾਓ, ਜਿੱਥੇ ਵੀ ਰਹੋ, ਗਿਵ ਸਮਥਿੰਗ ਬੈਕ ਟੂ ਦੀ ਕਮਿਊਨਿਟੀ। ਬਿਲਕੁਲ ਹਾਂਜੀ ਲੋਕਾਂ ਦੇ ਵਿੱਚ ਰਲੋ ਮਿਲੋ, ਜੋ ਯੋਗਦਾਨ ਪਾਉਣਾ ਪਾਓ, ਹਾਂਜੀ ਤੁਹਾਨੂੰ ਅੰਦਰੂਨੀ ਖੁਸ਼ੀ ਮਿਲਦੀ ਹੈ, ਹਾਂਜੀ ਬੇਅੰਤ ਵੱਡੀ ਖੁਸ਼ੀ ਮਿਲਦੀ ਆ। ਔਰ ਤੁਹਾਡਾ ਕੋਲੋਂ ਗੁੰਮ ਕੁਛ ਨਹੀਂ ਹੁੰਦਾ, ਤੁਹਾਨੂੰ ਗੇਨ ਹੀ ਹੁੰਦਾ। ਹਾਂਜੀ? ਬਿਲਕੁਲ ਜੀ ਬਿਲਕੁਲ ਲੋਕਾਂ ਦੇ ਨਾਲ ਵਾਕਫੀਅਤ ਹੁੰਦੀ ਆ ਹਾਂਜੀ ਤੇ ਖੁਸ਼ੀ ਕਹਿੰਦੇ ਦੇਣ 'ਚ ਹੈ, ਲੈਣ 'ਚ ਨਹੀਂ। ਲੈਣ ਚ ਨਹੀਂ ਹਾਂਜੀ ਇਹਨੂੰ ਸਮਾਜਿਕ ਤੌਰ ਤੇ ਕਿਸੇ ਤਰੀਕੇ ਨਾਲ ਵਰਤ ਲਓ। ਜੀ ਦਾਜ ਦਹੇਜ ਦੇ ਵਿੱਚ ਲੋਕ ਲੈਂਦੇ ਨੇ, ਮੈਂ ਕਹਿੰਦਾ ਹਾਂ। ਦਾਜ ਦਹੇਜ ਨਾ ਲੈਣ 'ਚ ਵੱਡਾਤਣ ਹੈ। ਬਿਲਕੁਲ ਜੀ ਹਾਂਜੀ? ਬਿਲਕੁਲ ਬਿਲਕੁਲ ਸੋ ਅਸੀਂ ਜਿਹੜਾ ਵਲੰਟੀਅਰ ਕਰਦੇ ਆ ਸਾਰੀ ਫੈਮਿਲੀ ਹਾਂਜੀ ਮੁੱਢ ਤੋਂ ਹੀ, ਹਾਂਜੀ, ਉਹ ਅਸੀਂ ਸਾਨੂੰ ਕਿਉਂਕਿ ਉਹ ਸਾਡੇ ਮਨ ਦੀ ਭਾਵਨਾ। ਮਨ ਨੂੰ ਖੁਸ਼ੀ ਵੀ ਮਿਲਦੀ ਹਾਂਜੀ। ਹੈ ਹਾਂਜੀ ਜਿਹੜਾ ਬੰਦਾ ਇਹ ਕਹਿੰਦਾ ਵੀ ਮੇਰੇ ਕੋਲ ਟਾਈਮ ਨਹੀਂ, ਮੈਂ ਨਹੀਂ ਮੰਨਦਾ, ਕਿਉਂਕਿ ਇਨਸਾਨ ਕੋਲੇ ਤਿੰਨ ਚੀਜ਼ਾਂ ਨੇ। ਕਹਿੰਦੇ ਨੇ ਗੁਰੂ ਸਾਹਿਬ ਨੇ ਵੀ ਕਿਹਾ ਵੀ ਤਨ ਮਨ ਧਨ ਨਾਲ ਸੇਵਾ ਕਰੋ। ਜੀ ਕਿਸੇ ਕੋਲ ਧਨ ਹੈ, ਉਹ ਕਹਿੰਦਾ ਪੈਸੇ ਲੈ ਜਾਓ, ਬਾਕੀ ਮੇਰੇ ਕੋਲ ਕੁਝ ਨਹੀਂ। ਹਾਂਜੀ ਕਿਸੇ ਕੋਲ ਮਨ ਹੈ, ਕਹਿੰਦਾ ਮੈਂ ਲਿਖਾਈ ਪੜ੍ਹਾਈ ਦਾ ਕਰ ਦੂੰ, ਸਲਾਹ ਦੇ ਦੂੰ। ਇੱਕ ਬੰਦਾ ਕਹਿੰਦਾ ਮੇਰੇ ਕੋਲ ਕੁਝ ਨਹੀਂ, ਮੇਰੇ ਕੋਲ ਹੱਥੀਂ ਸੇਵਾ ਕਰਾ ਲਓ, ਕਰਾ ਲਓ ਹਾਂਜੀ ਬੋਡਲੀ। ਹਾਂਜੀ ਇਸ ਕਰਕੇ ਇੱਕ ਚੀਜ਼ ਹਰ ਇਨਸਾਨ ਕੋਲੇ ਆ, ਉਹ ਜਿਹੜੀ ਚੀਜ਼ ਸਾਨੂੰ ਮਿਲੀ ਘਰੋਂ ਹਾਂਜੀ ਟੀਚਰਾਂ ਕੋਲੋਂ, ਉਹ ਇਹ ਸੀ ਵੀ ਜ਼ਰੂਰ ਕਮਿਊਨਿਟੀ ਦੇ ਵਿੱਚ ਕੰਮ ਕਰੋ, ਬਿਲਕੁਲ ਸੇਵਾ ਜੀ, ਮਿਲੋ, ਬਿਲਕੁਲ। ਤੁਹਾਨੂੰ ਰੈਕੋਗਨੀਸ਼ਨ ਮਿਲਦੀ ਆ। ਉਸੇ ਰੈਕੋਗਨੀਸ਼ਨ ਦਾ ਹਿੱਸਾ ਸਾਡਾ ਬੇਟਾ 2 ਵਾਰੀ ਸਕੂਲ ਟਰਸਟੀ ਬਣਿਆ ਜੀ ਬਿਲਕੁਲ ਹਾਂਜੀ ਤੇ ਚਲੋ ਮਹਾਰਾਜ ਕਰੇ ਜੋ ਅਗਲਾ ਫਿਊਚਰ ਜੋ ਹੈ ਆਉਂਦਾ ਹੈ ਨਾ, ਅਸੀਂ ਉਸ ਚੀਜ਼ ਤੇ ਬੜੀ ਖੁਸ਼ੀ ਮਿਲਦੀ ਆ। ਔਰ ਉਹ ਕੋਈ ਆਸਾਨ ਨਹੀਂ, ਕੋਈ ਕਦੇ ਧੇਲਾ ਨਹੀਂ ਅਸੀਂ ਕਿਤੋਂ ਲਿਆ। ਇਹ ਜਿਹੜਾ ਮੈਂ ਇਸ ਕਰਕੇ ਤੁਹਾਨੂੰ ਸਵਾਲ ਪੁੱਛਿਆ ਸੀ ਕਿਉਂਕਿ ਮੈਂ ਤੁਹਾਨੂੰ ਖੁਦ ਵੀ, ਮੈਂ ਜਿਹਨਾਂ ਥਾਵਾਂ ਦੇ ਉੱਤੇ ਮੈਂ ਹੁੰਦੀ ਹਾਂ ਉੱਥੇ ਤੁਸੀਂ ਵੀ ਹੁੰਦੇ ਹੋ, ਆਪਾਂ ਇੱਕੋ ਹੀ ਮਤਲਬ ਸੋਚ ਰੱਖਦੇ ਹਾਂ। Yeah. ਤੇ ਇਹ ਰਾਜਪਨ ਜੀ ਜਿਵੇਂ ਭਾਈ ਸਾਹਿਬ ਹੋਰਾਂ ਨੇ ਆਖਿਆ ਹੈ, ਇਸ ਤਰ੍ਹਾਂ ਹੀ ਮੈਂ ਵੀ ਦੱਸਦੀ ਹਾਂ ਕਿ ਮੈਂ ਜੇ ਅੱਜ ਇੱਥੇ ਬੈਠੀ ਕਿਸ ਤਰ੍ਹਾਂ ਮੈਂ ਵੀ ਆਪਣਾ ਸਫ਼ਰ ਜ਼ਿੰਦਗੀ ਦਾ ਉਹਦੇ ਬਾਰੇ ਦੱਸਾਂਗੀ। ਜੇ ਅੱਜ ਮੈਂ ਇੱਥੇ ਜੀਂਦੀ ਜਾਗਦੀ ਬੈਠੀ ਹਾਂ ਤਾਂ ਇਸ ਕਰਕੇ ਹੀ ਬੈਠੀ ਹਾਂ ਕਿ ਜਿਹੜੀ ਆਪਾਂ ਲੋਕ ਸੇਵਾ ਕਰਦੇ ਹਾਂ, ਜਿਹੜਾ ਆਪਾਂ ਕੁਛ ਵੀ ਲੋਕਾਂ ਤੋਂ ਉਹਦਾ ਮੁੱਲ ਲੈਣ ਦੀ ਬਜਾਏ ਅਸੀਂ ਦਿੰਦੇ ਹਾਂ। ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ ਦੇਣ ਦੇ ਵਿੱਚ ਤੁਹਾਨੂੰ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ। ਤੇ ਇਸੇ ਕਰਕੇ ਆਪਾਂ ਜਿਹੜੀ ਹੁਣ ਆਪਾਂ ਤਕਰੀਬਨ ਉਮਰ ਦਾ ਵੀ ਆਪਣਾ ਇੱਕੋ ਜਿਹੀ ਉਮਰ ਦੇ ਹੈਗੇ ਆ, ਇੱਕੋ ਜਿਹੇ ਉਹਨਾਂ ਕਿ ਸਮਿਆਂ 'ਚ ਅਸੀਂ ਇੱਥੇ ਆਏ ਹਾਂ ਜਿਨ੍ਹਾਂ 'ਚ ਤੁਸੀਂ ਆਏ ਹੋ। ਜਿਹੜੀਆਂ ਤੰਗੀਆਂ ਤੁਰਸ਼ੀਆਂ ਤੁਸੀਂ ਵੀ ਮਹਿਸੂਸ ਕੀਤੀਆਂ ਹੋਣਗੀਆਂ, ਅਸੀਂ ਵੀ ਕੀਤੀਆਂ ਨੇ, ਪਰ ਓਵਰਆਲ ਜਦੋਂ ਆਪਾਂ ਗੱਲ ਕਰਦੇ ਹਾਂ ਸਫ਼ਰ ਜ਼ਿੰਦਗੀ ਦਾ ਕੈਨੇਡਾ ਵਿੱਚ ਤੁਹਾਡਾ ਕਿਵੇਂ ਹੁਣ ਤੱਕ ਰਿਹਾ, ਇਹ ਆਪਾਂ ਜ਼ਰੂਰ ਦੱਸੀਏ। ਆਉਣ ਵਾਲੇ ਦਿਨਾਂ ਵਿੱਚ ਆਪਾਂ ਇੱਕ ਵਾਰੀ ਫੇਰ ਬੈਠਾਂਗੇ, ਕੁਛ ਗੱਲਾਂ ਅਸੀਂ ਫੇਰ ਕਰਨੀਆਂ ਚਾਹਾਂਗੇ ਜ਼ਰੂਰ ਇਸੇ ਤਰ੍ਹਾਂ ਹੀ ਆਪਾਂ, ਕਿਉਂਕਿ ਜਿਹੜੇ ਇੱਕ এনवायरमेंट ਆ ਸਾਡੇ ਆਲੇ ਦੁਆਲੇ ਜਿਸ ਜਗ੍ਹਾ ਤੇ ਅੱਜ ਆਪਾਂ ਬੈਠੇ ਗੱਲਾਂ ਕਰ ਰਹੇ ਹਾਂ, ਇਹ ਬਹੁਤ ਵਧੀਆ ਹੈ। ਆਪਾਂ ਜਿਹੜਾ ਹਾਈਵੇ ਟੂ ਹੈਵਨ ਇੱਥੇ ਹੀ ਜਿਹੜਾ ਗੁਰੂ ਘਰ ਹੈ ਉਹਦੀ ਪਾਰਕਿੰਗ ਲੋਟ ਦੇ ਵਿੱਚ ਬੈਠੇ ਹੋਏ ਗੱਲਾਂ ਬਾਤਾਂ ਕਰ ਰਹੇ ਹਾਂ। ਇਹ ਜਿਹੜਾ ਇਹਨੇ ਇੱਥੇ ਆ ਕੇ ਇੱਕ ਸ਼ਾਂਤੀ ਜਿਹੀ ਜਿਹੜੀ ਮਹਿਸੂਸ ਹੁੰਦੀ ਆ। ਤੇ ਇਹ ਮੈਂ ਇਹ ਸੋਚਦੀ ਸੀ ਕਿ ਜਿੰਨਾ ਹੁਣ ਮੌਸਮ ਜਿੰਨਾ ਚਿਰ ਸੋਹਣਾ ਵਧੀਆ ਮੌਸਮ ਹੈ, ਇਹਦੇ ਵਿੱਚ ਵੱਧ ਤੋਂ ਵੱਧ ਮੈਂ ਰਿਕਾਰਡਿੰਗਸ ਕਰ ਸਕਾਂ, ਵੱਧ ਤੋਂ ਵੱਧ ਤੁਹਾਡੇ ਵਰਗੇ ਭੈਣਾਂ ਭਰਾਵਾਂ ਨੂੰ ਲਿਆ ਕੇ ਉਹਨਾਂ ਦਾ ਸਫ਼ਰ ਜ਼ਿੰਦਗੀ ਦਾ ਕੈਨੇਡਾ ਵਿੱਚ ਕਿਵੇਂ ਲੰਘ ਰਿਹਾ ਉਹਦੇ ਬਾਰੇ ਕਰਾਂ। ਹੁਣ ਆਪਾਂ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਆਪਣੇ ਦਰਸ਼ਕਾਂ ਨੂੰ ਦੱਸ ਦਿਓ ਜੀ, ਤੁਹਾਡਾ ਜਿਹੜਾ ਸਫ਼ਰ ਜ਼ਿੰਦਗੀ ਦਾ ਅਜੇ ਕੰਪਲੀਟ ਨਹੀਂ ਹੋਇਆ ਅਜੇ ਤਾਂ ਆਪਾਂ ਤੁਸੀਂ ਵੀ ਆਪਣੇ ਗ੍ਰੈਂਡ ਕਿਡਸ ਨੂੰ ਵੀ ਸਾਰਾ ਸ਼ੇਅਰ ਕਰਨਾ, ਆਪਾਂ ਉੱਥੇ ਤੱਕ ਵੀ ਜਾਣਾ, ਅੱਗੇ ਹੋਰ ਵੀ। ਚਲੋ ਅੱਜ ਪਹਿਲਾ ਸਟੈਪ ਜਿਹੜਾ ਤੁਸੀਂ ਸਾਨੂੰ ਇਨਵਾਈਟ ਕੀਤਾ ਜ਼ਿੰਦਗੀ ਦੇ ਸਫ਼ਰ ਦੇ ਪ੍ਰੋਗਰਾਮ ਵਿੱਚ, ਉਹਦਾ ਤੁਹਾਡੇ ਨਾਲ ਬਹੁਤ ਬਹੁਤ ਸ਼ੁਕਰੀਆ ਦਿਲ ਦੀਆਂ ਗਹਿਰਾਈਆਂ ਤੋਂ। ਤੇ ਫਿਰ ਵੀ ਚਾਂਸ ਮਿਲੇ ਕਿਤੇ ਆਪਾਂ ਨਹੀਂ ਮਿਲੇਗਾ ਜੀ ਚਾਂਸ, ਸਾਨੂੰ ਜ਼ਰੂਰ ਕੰਟੀਨਿਊ ਕਰਾਂਗੇ। ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਰਨੀਆਂ ਨੇ ਕਿਉਂਕਿ ਇਹ ਪ੍ਰੋਗਰਾਮਾਂ ਨੂੰ ਦੁਨੀਆ ਭਰ ਦੇ ਵਿੱਚ ਦੇਖਿਆ ਜਾਣਾ ਹੈ। ਕਿਉਂਕਿ ਜਿਹੜੇ ਸਾਡੇ ਪੰਜਾਬ ਦੇ ਵਿੱਚ ਲੋਕ ਬੈਠੇ ਨੇ ਉਹ ਕਈ ਵਾਰ ਇਹ ਸੋਚਦੇ ਵੀ ਜਿਹੜੇ ਕੈਨੇਡਾ ਅਮਰੀਕਾ ਬੈਠੇ ਆ ਉਹ ਪਤਾ ਨਹੀਂ ਦਰਖਤਾਂ ਨੂੰ ਡਾਲਰ ਲੱਗਦੇ ਉਹ ਤੋੜੀ ਜਾਂਦੇ ਆ ਤੇ ਖਰਚੀ ਜਾਂਦੇ ਆ, ਹੈ ਨਾ।
ਡਾਲਰ ਲੱਗਦੇ ਦਰਖਤਾਂ ਨੂੰ ਵੀ ਫਲ ਫਰੂਟ ਲੱਗਦਾ, ਉਹਨੂੰ ਤੋੜਿਆ ਵੀ ਜਾਂਦਾ, ਪਰ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ। ਮਿਹਨਤ ਦੇ ਨਾਲ ਨਾਲ ਮਿਹਨਤ ਪੁਰਾਣੇ ਬੰਦਿਆਂ ਨੇ ਬਹੁਤ ਮਿਹਨਤਾਂ ਕੀਤੀਆਂ। ਜਿਹੜੇ ਨਵੇਂ ਆਉਂਦੇ ਆ ਉਹ ਤਾਂ ਹੁਣ ਉੱਥੋਂ ਮਨੀ ਲੈ ਆਉਂਦੇ ਆ। ਬਿਲਕੁਲ ਜੀ, ਤਾਂ ਉਹ ਮੁਸੀਬਤਾਂ ਦੇਖੀਆਂ ਹੀ ਨਹੀਂ ਜਿਹੜੀਆਂ ਆਪਾਂ ਦੇਖੀਆਂ। ਬਿਲਕੁਲ ਜੀ। ਹਾਂਜੀ ਭਾਈ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਹਾਂਜੀ, ਮੈਂ ਤਾਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਚੰਗੀ ਗੱਲ ਹੈ ਕਿ ਲੋਕ ਆਪ ਦੀਆਂ ਤਜਰਬੇ ਜਿਵੇਂ ਕਹਿੰਦੇ ਨੇ, ਅਸੀਂ ਇੱਕ ਦੂਜੇ ਕੋਲੋਂ ਸਿੱਖਦੇ ਹਾਂ। ਹਾਂਜੀ, ਜ਼ਿੰਦਗੀ ਦੇ ਵਿੱਚ ਹਰ ਇਨਸਾਨ ਨੂੰ ਹਮੇਸ਼ਾ ਸਟੂਡੈਂਟ ਬਣੇ ਰਹਿਣਾ ਚਾਹੀਦਾ। ਹਾਂਜੀ ਹਾਂਜੀ, ਸਿੱਖਣਾ ਵਿਦਿਆਰਥੀ। ਹਾਂਜੀ, ਤੇ ਉਹਦੇ ਵਿੱਚ ਕੀ ਹੁੰਦਾ, ਅਸੀਂ ਈਵਨ ਮੈਂ ਤਾਂ ਕਹਿਣਾ ਹੁੰਦਾ ਵੀ ਅੱਜ ਕੱਲ੍ਹ ਅਸੀਂ ਆਪਣੇ ਬੱਚਿਆਂ ਤੋਂ ਵੀ ਸਿੱਖਦੇ ਹਾਂ। ਬਿਲਕੁਲ ਜੀ, ਬਿਲਕੁਲ। ਤੇ ਉਹ ਜਿਹੜੀ ਚੀਜ਼ ਹੈਗੀ ਆ, ਚੰਗੀ ਚੀਜ਼ ਨੂੰ ਗ੍ਰਹਿਣ ਕਰ ਲੈਣਾ ਚਾਹੀਦਾ, ਚਾਹੇ ਛੋਟਾ, ਚਾਹੇ ਵੱਡਾ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ। ਔਰ ਉਹ ਜਿਹੜੀ ਹੈਗੀ ਆ ਹਮੇਸ਼ਾ ਤੁਹਾਡੇ ਨਾਲ ਰਹਿੰਦੀ ਆ। ਤੇ ਇਸੇ ਕਰਕੇ ਜਿਵੇਂ ਹੁਣ ਅਸੀਂ ਮਲਟੀਕਲਚਰਲ ਦੇ ਹੋਰ ਬਥੇਰੀਆਂ ਸੰਸਥਾਵਾਂ ਦੇ ਵਿੱਚ ਵਲੰਟੀਅਰ ਕੀਤਾ। ਮੈਂ ਬ੍ਰਿਟਿਸ਼ ਕੋਲੰਬੀਆ ਗਵਰਨਮੈਂਟ ਵੱਲੋਂ ਐਡਵਾਈਜ਼ਰੀ ਕਾਉਂਸਲ ਤੇ ਵੀ ਰਿਹਾ, DC ਦਾ ਮਲਟੀਕਲਚਰਲ ਐਡਵਾਈਜ਼ਰੀ ਕਾਉਂਸਲ ਤੇ। ਸਿਟੀ ਦੀਆਂ ਬਨਵੀ ਦੀਆਂ, ਅਸੀਂ ਬਨਵੀ 'ਚ ਰਹਿੰਦੇ ਹਾਂ। ਅਸੀਂ ਉਹਦੇ ਕਈ ਕਮੇਟੀਆਂ 'ਚ ਰਹੇ ਹਾਂ। ਵਾਈਸ ਚੇਅਰ ਲਾਇਬ੍ਰੇਰੀ ਬੋਰਡ ਦੀ ਰਹੀ ਹੈ। ਅਵਾਰਡਸ ਵੀ ਕਈ ਮਿਲੇ ਨੇ ਜੀ, ਉਹਨਾਂ ਬਾਰੇ ਗੱਲ ਵੀ ਕਰਨੀ ਹੈ। ਹਾਂਜੀ, ਮੇਰਾ ਕਹਿਣ ਦਾ ਮਤਲਬ ਹੈ, ਜਿਹੜਾ ਤੁਹਾਡੇ ਸਵਾਲ ਦਾ ਜਵਾਬ ਇਹ ਹੈਗਾ ਵੀ ਪ੍ਰੋਫੈਸ਼ਨ ਕੋਈ ਵੀ ਹੋਵੇ ਉਹ ਕਰਨਾ ਰੋਜ਼ੀ ਰੋਟੀ ਵਾਸਤੇ। ਹਾਂਜੀ, ਬਈ ਕਈ ਤਰ੍ਹਾਂ ਦੇ ਕੰਮ ਅਸੀਂ ਵੀ ਕੀਤੇ। 25-26 ਸਾਲ ਰੀਅਲ ਏਸਟੇਟ ਵੀ ਕੀਤੀ ਜੀ, ਘਰ ਵੀ ਬਣਾਏ, ਸਾਰਾ ਕੁਝ ਕੀਤਾ ਹੈ ਜੀ। ਤੇ ਬੜੀ ਮਹਾਰਾਜ ਦੀ ਕਿਰਪਾ ਇਹ ਹੋਈ ਅੱਜ ਤੱਕ ਕਿ ਕਿਸੇ ਪਾਸਿਓਂ ਕੋਈ ਉਲਾਂਭਾ ਨਹੀਂ, ਸਭ ਨੂੰ ਹੱਸ ਕੇ ਮਿਲਦੇ ਆ, ਸਿਰ ਚੱਕ ਕੇ ਮਿਲਦੇ ਆ। ਮੈਂ ਸਮਝਦਾ ਇਨਸਾਨ ਦੀ ਇਹ ਵੀ ਇੱਕ ਕਮਾਈ ਹੁੰਦੀ ਆ। ਖੁਸ਼ ਹੁੰਦੇ ਆ ਲੋਕ ਜਦੋਂ ਤੁਹਾਡੇ ਤੇ ਨਜ਼ਰ ਜਾਂਦੀ ਆ ਨਾ ਵੀ ਆ ਗਏ ਨਾ ਪੰਧੇਰ ਸਾਹਿਬ ਤੇ ਮਿਸਿਸ ਪੰਧੇਰ ਤੇ, ਇਹ ਵੀ ਇੱਕ ਕਮਾਈ ਹੈ। ਜਿੱਦਾਂ ਦਿਲੋਂ ਖੁਸ਼ ਹੁੰਦੇ ਨੇ ਲੋਕ ਜੀ। ਮੈਨੂੰ ਬੜਾ ਚੰਗਾ ਲੱਗਿਆ ਤੁਹਾਡੇ ਦੋਨਾਂ ਦੇ ਨਾਲ ਹੀ ਗੱਲ ਕਰਕੇ। ਮੈਂ ਇਹ ਆਸ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਵੀ ਤੁਸੀਂ ਇਸੇ ਤਰ੍ਹਾਂ ਹੀ ਫੇਰ ਸਾਥ ਦਿਓਗੇ। ਆਪਾਂ ਫੇਰ ਆਪਣੇ ਦਰਸ਼ਕਾਂ ਦੀ ਰੂਬਰੂ ਤੁਹਾਨੂੰ ਕਰਾਂਗੇ। ਹਾਂਜੀ, ਤੇ ਇੱਥੇ ਹੀ ਹੁਣ ਜਾਣ ਦਾ ਸਮਾਂ ਹੋ ਗਿਆ, ਲੈਂਦੇ ਹਾਂ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਸਫ਼ਰ ਜ਼ਿੰਦਗੀ ਦਾ। ਇਸ ਦੇ ਵਿੱਚ ਹੁਣ ਅਗਲਾ ਸੈਗਮੈਂਟ ਆ ਗਿਆ ਹੈ ਜੀ, ਰਿਸ਼ਤੇ ਹੀ ਰਿਸ਼ਤੇ। ਰਿਸ਼ਤੇ ਹੀ ਰਿਸ਼ਤੇ ਸੈਗਮੈਂਟ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਆ। ਪਸੰਦ ਹੀ ਨਹੀਂ ਸਗੋਂ ਕਿ ਇਹਨੂੰ ਸਮਝਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਅੱਜ ਕੱਲ੍ਹ ਸਮਾਂ ਉਹ ਆ ਗਿਆ ਆ ਜਿਹਦੇ ਵਿੱਚ ਹੁਣ ਵਿਚੋਲੇ ਤਾਂ ਲੱਭਦੇ ਨਹੀਂ ਆ। ਕੋਈ ਨਾ ਕੋਈ ਤੁਹਾਨੂੰ ਰਾਹ ਚੁਣਨਾ ਪੈਣਾ ਆ ਆਪਣੇ ਬੱਚਿਆਂ ਦੇ ਰਿਸ਼ਤੇ ਕਰਨ ਵਾਸਤੇ। ਸਾਨੂੰ ਬਹੁਤ ਸਾਰੇ ਭੈਣਾਂ ਭਰਾ ਫੋਨ ਕਰਦੇ ਨੇ ਕਿ ਸਾਡੇ ਬੱਚਿਆਂ ਦੀ ਉਮਰ ਜਿਹੜੀ ਆ ਵੱਡੀ ਹੁੰਦੀ ਜਾਂਦੀ ਆ, ਸਾਨੂੰ ਰਿਸ਼ਤੇ ਨਹੀਂ ਲੱਭ ਰਹੇ। ਸੋ ਇਹ ਜੋ ਅਸੀਂ ਉਪਰਾਲਾ ਕੀਤਾ ਆ, ਇਹ ਹਰ ਸੈਗਮੈਂਟ ਜਿਹੜਾ ਸਾਡਾ ਆ ਰਿਸ਼ਤੇ ਹੀ ਰਿਸ਼ਤੇ, ਅਸੀਂ ਪ੍ਰੋਗਰਾਮ ਸਫ਼ਰ ਜ਼ਿੰਦਗੀ ਦਾ ਵਿੱਚ ਵੀ ਦਿਆ ਕਰਨਾ ਆ, ਦਿੰਦੇ ਆ ਰਹੇ ਹਾਂ ਪਿਛਲੇ ਕੁਝ ਸਮੇਂ ਤੋਂ। ਅੱਜ ਜਿਹੜੇ ਰਿਸ਼ਤਿਆਂ ਦੀ ਗੱਲ ਕਰਨੀ ਆ ਉਹ ਕੁਛ ਇਸ ਤਰ੍ਹਾਂ ਨਹੀਂ ਜੀ। ਰੈਫਰੈਂਸ ਨੰਬਰ ਅਸੀਂ ਬੋਲਣਾ ਆ। ਤੁਸੀਂ ਰੈਫਰੈਂਸ ਨੰਬਰ ਸੁਣ ਕੇ ਜੇ ਤੁਹਾਨੂੰ ਲੱਗੇ ਕਿ ਇਹ ਜਿਹੜਾ ਰਿਸ਼ਤਾ ਆ ਇਹ ਸਾਡੇ ਲੜਕੇ ਜਾਂ ਲੜਕੀ ਵਾਸਤੇ ਸੂਟੇਬਲ ਹੈ, ਤਾਂ ਤੁਸੀਂ ਸਾਨੂੰ ਰੈਫਰੈਂਸ ਨੰਬਰ ਦੇ ਕੇ ਤਾਂ ਫੋਨ ਕਰਨਾ ਆ। ਇੱਕ ਹੋਰ ਬੇਨਤੀ ਕਰਨੀ ਹੈ ਕਿ ਜਿੰਨੇ ਵੀ ਰਿਸ਼ਤੇ ਮੈਂ ਤੁਹਾਨੂੰ ਅੱਜ ਦੱਸਣੇ ਨੇ, ਇਹ ਸਾਰੇ ਦੇ ਸਾਰੇ ਕੈਨੇਡਾ ਦੇ ਵਿੱਚ ਹੀ ਲੜਕੇ ਲੜਕੀਆਂ ਹੋਣ ਜਿਨ੍ਹਾਂ ਲਈ ਰਿਸ਼ਤੇ ਜਿਹੜੇ ਆ ਇਹ ਅਸੀਂ ਦੱਸ ਰਹੇ ਹਾਂ। ਅਤੇ ਇੱਕ ਹੋਰ ਗੱਲ ਕਿ ਲੋਅਰ ਮੇਨਲੈਂਡ ਦੇ ਵਿੱਚ ਹੀ ਹੋਣ, ਇੱਥੋਂ ਦੇ ਬੋਰਨ ਲੜਕੇ ਲੜਕੀਆਂ ਹੋਣ ਜਾਂ ਫਿਰ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਹੋਣ। ਰੈਫਰੈਂਸ ਨੰਬਰ 161 ਇਹ ਜੀ ਜੱਟ ਸਿੱਖ ਪਰਿਵਾਰ ਦੀ ਕੈਨੇਡੀਅਨ ਬੋਰਨ ਲੜਕੀ ਆ ਜਿਹੜੀ ਕਿ 30 ਸਾਲਾਂ ਦੀ ਹੈ। ਉਸ ਦਾ ਕੱਦ 5 ਫੁੱਟ 5 ਇੰਚ ਹੈ ਅਤੇ ਡਾਕਟਰੀ ਦੀ ਪੜ੍ਹਾਈ ਕਰ ਰਹੀ ਆ। ਥੋੜ੍ਹੇ ਸਮੇਂ ਵਿੱਚ ਇਸ ਲੜਕੀ ਨੇ ਡਾਕਟਰ ਬਣ ਜਾਣੇ ਆ। ਲੜਕਾ ਜਿਹੜਾ ਆ ਉਹ ਲੋਅਰ ਮੇਨਲੈਂਡ ਭਾਵ ਇੱਥੇ ਵੈਨਕੂਵਰ, ਸਰੀ, ਰਿਚਮੰਡ ਦੇ ਇਲਾਕੇ ਦੇ ਵਿੱਚ ਰਹਿੰਦਾ ਹੋਣਾ ਚਾਹੀਦਾ ਆ। ਫਰੇਜ਼ਰ ਵੈਲੀ ਤੱਕ ਲੜਕੇ ਦੀ ਭਾਲ ਹੈ। ਲੜਕਾ ਜਿਹੜਾ ਆ ਕੋਈ ਲਾਇਰ, ਡਾਕਟਰ ਜਾਂ ਇੰਜੀਨੀਅਰ ਜਾਂ ਡੈਂਟਿਸਟ ਹੋਵੇ, ਉਚੇਰੀ ਪੜ੍ਹਾਈ ਕੀਤੀ ਹੋਵੇ, ਡਿਗਰੀ ਹੋਲਡਰ ਹੋਵੇ ਅਤੇ ਨਸ਼ਿਆਂ ਤੋਂ ਰਹਿਤ ਹੋਵੇ। ਕੋਸ਼ਿਸ਼ ਇਹ ਹੋਵੇ ਕਿ ਇੱਥੋਂ ਦਾ ਬੋਰਨ ਹੋਵੇ ਭਾਵ ਕੈਨੇਡਾ ਦਾ ਬੋਰਨ ਹੋਵੇ ਜਾਂ ਫਿਰ ਬਹੁਤ ਛੋਟੀ ਉਮਰ ਦੇ ਵਿੱਚ ਕੈਨੇਡਾ ਆ ਗਿਆ ਹੋਵੇ। ਇਹ ਰੈਫਰੈਂਸ ਨੰਬਰ 161 ਵਾਲਿਆਂ ਦੀ ਡਿਮਾਂਡ ਹੈ। ਅਤੇ ਇਸ ਦੇ ਨਾਲ ਹੀ ਜਿਹੜਾ ਰੈਫਰੈਂਸ ਨੰਬਰ 162 162
ਇਹ ਜੀ ਜੱਟ ਸਿੱਖ ਪਰਿਵਾਰ ਦਾ ਕੈਨੇਡੀਅਨ ਬੋਰਨ ਲੜਕਾ ਜਿਹੜਾ ਕਿ 24 ਸਾਲਾਂ ਦਾ ਹੈ। ਕੱਦ ਉਸ ਦਾ 6 ਫੁੱਟ ਹੈ। ਡਿਗਰੀ ਬੈਚਲਰ ਆਫ ਬਿਜ਼ਨਸ ਦੇ ਵਿੱਚ ਡਿਗਰੀ ਲਈ ਹੋਈ ਹੈ ਤੇ ਇੱਕ ਬਹੁਤ ਹੀ ਵਧੀਆ ਕੰਪਨੀ ਨਾਲ ਇੱਕ ਚੰਗੀ ਜੌਬ ਕਰ ਰਿਹਾ ਹੈ। ਲੜਕੀ ਜਿਹੜੀ ਹੈ ਲੋਅਰ ਮੇਨਲੈਂਡ ਦੇ ਵਿੱਚ ਹੀ ਹੋਵੇ ਤੇ ਕੈਨੇਡੀਅਨ ਬੋਰਨ ਲੜਕੀ ਦੀ ਲੋੜ ਹੈ। ਲੜਕੀ 24 ਸਾਲ ਤੋਂ ਥੱਲੇ ਦੀ ਉਮਰ ਦੀ ਹੋਵੇ। ਇਹ 162 ਰੈਫਰੈਂਸ ਨੰਬਰ ਹੈ। ਰੈਫਰੈਂਸ ਨੰਬਰ 163 ਇਹ ਜੱਟ ਸਿੱਖ ਪਰਿਵਾਰ ਦਾ ਲੜਕਾ ਜੋ ਪਿਛਲੇ 10 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਇੱਥੇ ਹੀ ਉਸਨੇ ਆਪਣੀ ਐਜੂਕੇਸ਼ਨ ਲਈ ਹੈ। ਲੜਕਾ 27 ਸਾਲਾਂ ਦਾ ਆ। ਕੱਦ 5 ਫੁੱਟ 8 ਇੰਚ ਹੈ। ਇਲੈਕਟ੍ਰੀਸ਼ੀਅਨ ਦਾ ਉਹਨੇ ਜਿਹੜੀ ਆ ਉਹਦੇ 'ਚ ਡਿਗਰੀ ਲਈ ਹੋਈ ਹੈ। ਇਸ ਵੇਲੇ ਉਹ ਕੈਨੇਡਾ ਦਾ PR ਵੀ ਹੈ ਅਤੇ ਇੱਕ ਵਧੀਆ ਕੰਪਨੀ ਦੇ ਨਾਲ ਕੰਮ ਕਰਦਾ ਹੈ। ਵੈਜੀਟੇਰੀਅਨ ਅਤੇ ਨੋਨ ਡਰਿੰਕ ਇਹ ਲੜਕਾ ਹੈ। ਕਲੀਨ ਸ਼ੇਪ ਅਤੇ ਲੜਕੀ ਜਿਹੜੀ ਆ ਇਹ ਲੋਅਰ ਮੇਨਲੈਂਡ ਦੇ ਵਿੱਚ ਹੀ ਹੋਵੇ। ਪੜ੍ਹੀ ਲਿਖੀ ਲੜਕੀ ਦੀ ਲੋੜ ਹੈ। ਇਸ ਦੇ ਨਾਲ ਹੀ ਰੈਫਰੈਂਸ ਨੰਬਰ 164 ਇਹ ਵੀ ਰਾਮਗਲੀਆ ਪਰਿਵਾਰ ਦਾ ਲੜਕਾ ਹੈ ਜੋ ਕਿ 2012 ਤੋਂ ਲੈ ਕੇ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ। ਕੈਨੇਡਾ ਦਾ PR ਹੈ ਅਤੇ ਇਸ ਲੜਕੇ ਨੇ ਵੀ ਇੱਥੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਅਤੇ ਇੱਕ ਬਹੁਤ ਹੀ ਵਧੀਆ ਕੰਪਨੀ ਵਿੱਚ ਕੰਮ ਕਰਦਾ। 32 ਈਅਰ ਓਲਡ 32 ਸਾਲਾਂ ਦਾ ਲੜਕਾ। ਇਸ ਦਾ ਕੱਦ 5 ਫੁੱਟ 11 ਇੰਚ ਹੈ ਅਤੇ ਇਸ ਨੂੰ ਵੀ ਲੜਕੀ ਪੜ੍ਹੀ ਲਿਖੀ ਪਰਿਵਾਰਕ ਅਤੇ ਕੈਨੇਡਾ ਦੇ ਵਿੱਚ ਹੀ ਰਹਿੰਦੀ ਹੋਵੇ। ਭਾਵ ਇੱਥੇ ਜਾਂ ਜੇ ਕਿਸੇ ਹੋਰ ਸੂਬੇ ਵਿੱਚ ਰਹਿੰਦੀ ਹੈ ਅਤੇ ਅੰਟੀਰੀਓ ਵਗੈਰਾ 'ਚ ਰਹਿੰਦੀ ਹੈ ਅਤੇ BC 'ਚ ਮੂਵ ਹੋ ਸਕਦੀ ਹੋਵੇ। ਇਸ ਲੜਕੇ ਦੇ ਪੇਰੈਂਟਸ ਇਹਦੇ ਨਾਲ ਹੀ ਰਹਿੰਦੇ ਨੇ ਅਤੇ ਉਹਨੇ ਨਾਲ ਹੀ ਰਹਿਣਾ ਹੈ। ਇਸ ਦੇ ਨਾਲ ਅਗਲਾ ਰੈਫਰੈਂਸ ਨੰਬਰ 165 ਇਹ ਜੱਟ ਸਿੱਖ ਪਰਿਵਾਰ ਦੀ ਕੈਨੇਡੀਅਨ ਬੋਰਨ ਲੜਕੀ ਹੈ ਜੀ। 32 ਈਅਰ ਓਲਡ 32 ਸਾਲਾਂ ਦੀ। 5 ਫੁੱਟ 5 ਇੰਚ ਕੱਦ ਹੈ। ਨਰਸਿੰਗ ਦੇ ਵਿੱਚ ਮਾਸਟਰ ਕੀਤੀ ਹੋਈ ਹੈ ਅਤੇ ਗਵਰਨਮੈਂਟ ਜੌਬ ਕਰ ਰਹੀ ਹੈ ਇਸ ਵੇਲੇ। ਲੜਕਾ ਲੋਅਰ ਮੇਨਲੈਂਡ ਦੇ ਵਿੱਚ ਅਤੇ ਕੈਨੇਡੀਅਨ ਬੋਰਨ, ਨਸ਼ਿਆਂ ਤੋਂ ਰਹਿਤ ਹੋਣਾ ਚਾਹੀਦਾ ਹੈ ਅਤੇ ਡਿਗਰੀ ਹੋਲਡਰ ਹੋਵੇ। 165 ਰੈਫਰੈਂਸ ਨੰਬਰ ਦੀ ਇਹ ਡਿਮਾਂਡ ਹੈ। ਇਸ ਦੇ ਨਾਲ ਸਾਡੇ ਕੋਲ ਕੁਝ ਕੁ ਹੋਰ ਰਿਸ਼ਤੇ ਨੇ ਜਿਹੜੇ ਮੈਂ ਤੁਹਾਨੂੰ ਹੁਣੇ ਹੀ ਦੱਸਦੇ ਹਾਂ। ਤੁਸੀਂ ਦੇਖ ਰਹੇ ਹੋ ਰਿਸ਼ਤੇ ਹੀ ਰਿਸ਼ਤੇ ਸੈਗਮੈਂਟ ਸਫ਼ਰ ਜ਼ਿੰਦਗੀ ਦਾ ਵਿੱਚ, ਕਿਉਂਕਿ ਰਿਸ਼ਤੇ ਵੀ ਜਿਹੜੇ ਉਹ ਬੜੇ ਜ਼ਰੂਰੀ ਨੇ ਅਤੇ ਹੁਣ ਜਿਹੜੇ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਰਿਸ਼ਤੇ ਇਹ ਵੀ ਕੈਨੇਡੀਅਨ ਬੋਰਨ ਜਾਂ ਆਪਣੇ ਕਹਿ ਲਈਏ UK ਬੋਰਨ ਲੜਕੀਆਂ ਜਿਹੜੀਆਂ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ। ਲੜਕੀ ਹੈ ਜੀ ਜੱਟ ਸਿੱਖ ਪਰਿਵਾਰ ਦੀ UK ਬੋਰਨ। ਰੈਫਰੈਂਸ ਨੰਬਰ 123 123 ਇਹ ਲੜਕੀ ਜਿਹੜੀ ਹੈ 38 ਈਅਰ ਓਲਡ ਹੈ। 38 ਸਾਲਾਂ ਦੀ। ਕੱਦ 5 ਫੁੱਟ 6 ਇੰਚ ਹੈ ਅਤੇ ਹਾਈ ਸਕੂਲ ਟੀਚਰ ਇਸ ਵੇਲੇ ਸਰੀ ਦੇ ਵਿੱਚ ਹੈ ਅਤੇ ਲੜਕਾ ਇੱਥੇ ਲੋਅਰ ਮੇਨਲੈਂਡ ਦੇ ਵਿੱਚ ਹੀ ਉਸ ਦੀ ਭਾਲ ਹੈ। ਲੜਕਾ ਕੈਨੇਡੀਅਨ ਬੋਰਨ ਜਾਂ ਇੰਗਲੈਂਡ ਦਾ ਬੋਰਨ ਹੋਵੇ ਜਾਂ ਬਹੁਤ ਛੋਟੇ ਹੁੰਦੇ ਕੈਨੇਡਾ ਦੇ ਵਿੱਚ ਆਇਆ ਹੋਵੇ। ਐਜੂਕੇਸ਼ਨ ਕੈਨੇਡੀਅਨ ਲਈ ਹੋਵੇ। ਨਸ਼ਿਆਂ ਤੋਂ ਰਹਿਤ ਅਤੇ ਲੋਅਰ ਮੇਨਲੈਂਡ ਦੇ ਵਿੱਚ ਰਹਿੰਦਾ ਹੋਣਾ ਚਾਹੀਦਾ। ਇਹ ਰੈਫਰੈਂਸ ਨੰਬਰ 123 ਵਾਲਿਆਂ ਦੀ ਡਿਮਾਂਡ ਹੈ ਅਤੇ ਇਸ ਦੇ ਨਾਲ ਹੀ ਸਾਡੇ ਕੋਲ ਰੈਫਰੈਂਸ ਨੰਬਰ 124 ਇਹ ਜੱਟ ਸਿੱਖ ਪਰਿਵਾਰ ਦੀਆਂ ਟਵਿਨ ਗਰਲਸ ਨੇ ਜੀ। ਕੈਨੇਡੀਅਨ ਬੋਰਨ ਨੇ। ਦੋਨੋਂ ਲੜਕੀਆਂ 37 ਈਅਰ ਓਲਡ ਨੇ। ਕੱਦ ਉਹਨਾਂ ਦਾ 5 ਫੁੱਟ 2 ਇੰਚ ਹੈ। ਬਿਜ਼ਨਸ ਅਤੇ IT ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਇਹਨਾਂ ਨੇ ਡਿਗਰੀਆਂ ਲਈਆਂ ਹੋਈਆਂ ਨੇ। ਵਧੀਆ ਕੰਮਕਾਰ ਕਰ ਰਹੀਆਂ ਨੇ। ਵਧੀਆ ਪਰਿਵਾਰ ਦੀਆਂ ਇਹ ਲੜਕੀਆਂ ਨੇ। ਲੜਕਿਆਂ ਦੀ ਭਾਲ ਹੈ ਜੀ ਜਿਹੜੇ ਕਿ ਲੋਅਰ ਮੇਨਲੈਂਡ ਦੇ ਵਿੱਚ ਹੀ ਰਹਿੰਦੇ ਹੋਣ, ਕੈਨੇਡੀਅਨ ਬੋਰਨ ਹੋਣ ਅਤੇ ਨਸ਼ਿਆਂ ਤੋਂ ਰਹਿਤ ਹੋਣ। ਡਿਗਰੀ ਹੋਲਡਰ ਜ਼ਰੂਰ ਹੋਣੇ ਚਾਹੀਦੇ ਨੇ ਜੀ। ਇਹਨਾਂ ਵਾਸਤੇ ਵੀ ਤੁਸੀਂ ਪਤਾ ਕਰਨਾ ਹੋਵੇ ਤਾਂ ਰੈਫਰੈਂਸ ਨੰਬਰ 124 'ਤੇ ਸਾਨੂੰ ਫੋਨ ਕਰ ਸਕਦੇ ਹੋ। ਰੈਫਰੈਂਸ ਨੰਬਰ 125 ਇਹ ਜੀ ਜੱਟ ਸਿੱਖ ਪਰਿਵਾਰ ਦਾ ਕੈਨੇਡੀਅਨ ਬੋਰਨ ਜੈਂਟਲਮੈਨ ਜਿਹੜਾ ਕਿ ਇਸ ਵੇਲੇ 49 ਸਾਲਾਂ ਦਾ ਹੋ ਗਿਆ ਆ। ਕੱਦ 5 ਫੁੱਟ 9 ਇੰਚ ਆ। ਡਾਈਵੋਰਸ ਹੀ ਹੈ। ਬੱਚਾ ਕੋਈ ਨਹੀਂ ਆ। ਗ੍ਰੈਜੂਏਟ ਕਰਨ ਤੋਂ ਬਾਅਦ ਇਹਨੇ ਪਲੰਬਿੰਗ ਦੇ ਵਿੱਚ ਡਿਪਲੋਮਾ ਲਿਆ ਸੀ ਅਤੇ ਅੱਜ ਕੱਲ੍ਹ ਇਹ ਬਹੁਤ ਵਧੀਆ ਜੌਬ ਕਰ ਰਿਹਾ ਹੈ। ਲੜਕੀ ਕੈਨੇਡਾ ਦੇ ਵਿੱਚੋਂ ਹੀ ਹੋਵੇ। ਡਾਈਵੋਰਸੀ ਲੜਕੀ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ ਜਾਂ ਛੋਟੇ ਬੱਚੇ ਦੇ ਨਾਲ ਵੀ ਕੋਈ ਲੜਕੀ ਹੋਵੇ ਤਾਂ ਉੱਤੇ ਵੀ ਵਿਚਾਰ ਕੀਤਾ ਜਾ ਸਕਦਾ। ਰੈਫਰੈਂਸ ਨੰਬਰ 125 ਲਈ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਅਤੇ ਇਹਦੇ ਨਾਲ ਤੁਹਾਨੂੰ ਦੱਸਦੇ ਹਾਂ ਜੀ ਇੱਕ ਵਾਰੀ ਫੇਰ UK ਬੋਰਨ ਲੜਕੀ ਹੈ ਜੀ ਜਿਹੜੀ ਕਿ ਇਸ ਵੇਲੇ ਕੱਦ 5 ਫੁੱਟ 7 ਇੰਚ ਅਤੇ ਇਸ ਵੇਲੇ ਉਹ ਡੈਂਟਲ ਹਾਈਜੀਨਿਸਟ ਦਾ ਕੰਮ ਕਰ ਰਹੀ ਹੈ। ਇਸ ਲੜਕੀ ਵਾਸਤੇ 42 ਈਅਰ ਓਲਡ ਲੜਕੀ ਆ। 5 ਫੁੱਟ 7 ਇੰਚ ਕੱਦ ਹੈ ਅਤੇ ਡੈਂਟਲ ਹਾਈਜੀਨਿਸਟ ਦਾ ਕੰਮ ਕਰਦੀ ਹੈ। ਲੜਕਾ ਕੈਨੇਡੀਅਨ ਜਾਂ ਇੰਗਲੈਂਡ ਦਾ ਬੋਰਨ ਹੋਵੇ।
BC ਵਿੱਚੋਂ ਵੈਲ ਐਜੂਕੇਟਡ ਲੜਕੇ ਦੀ ਭਾਲ ਹੈ, ਨਸ਼ਿਆਂ ਤੋਂ ਰਹਿਤ ਲੜਕਾ ਹੋਵੇ। ਇਸ ਤਰ੍ਹਾਂ ਅਗਰ ਤੁਸੀਂ ਵੀ ਚਾਹੁੰਦੇ ਹੋ ਕਿਸੇ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਭਾਲ ਦੇ ਵਿੱਚ ਹੋ, ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹ ਮੈਸੇਜ ਜਿਹੜਾ ਆ ਆਪਣੇ ਦਰਸ਼ਕਾਂ ਤੱਕ ਪਹੁੰਚਦਾ ਕਰੀਏ, ਤਾਂ ਤੁਸੀਂ ਸਾਨੂੰ ਦਿੱਤੇ ਹੋਏ ਨੰਬਰਾਂ 'ਤੇ ਫੋਨ ਕਰ ਸਕਦੇ ਹੋ ਅਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਜਿਸ ਰਿਸ਼ਤੇ ਦੀ ਭਾਲ ਵਿੱਚੋਂ ਉਹ ਸੁਨੇਹਾ ਵੀ ਦਰਸ਼ਕਾਂ ਤੱਕ ਪਹੁੰਚਦਾ ਕਰਾਂਗੇ। ਸਾਡੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਉਸ ਨੂੰ ਕੀਤਾ ਜਾਏਗਾ। ਇਸ ਦੇ ਨਾਲ ਹੀ ਤੁਸੀਂ ਜਿਹੜੇ ਪ੍ਰੋਗਰਾਮ ਸਾਡੇ ਦੇਖਦੇ ਹੋ ਸਫ਼ਰ ਜ਼ਿੰਦਗੀ ਦਾ, ਇਹਦੇ ਵਿੱਚ ਜਿਹੜੇ ਸੈਗਮੈਂਟ ਆ ਰਹੇ ਨੇ ਇਸ ਵੇਲੇ ਤੁਹਾਡੇ ਨਾਲ ਅਸੀਂ ਰਿਸ਼ਤੇ ਹੀ ਰਿਸ਼ਤੇ ਸੈਗਮੈਂਟ ਪੇਸ਼ ਕੀਤਾ ਆ, ਅਤੇ ਇਹਦੇ ਨਾਲ ਹੀ ਤੁਸੀਂ ਰਿਸ਼ਤਿਆਂ ਤੋਂ ਬਾਅਦ ਦੇ ਵਿੱਚ ਤੁਸੀਂ ਕੋਈ ਹੋਰ ਸੈਗਮੈਂਟ ਵੀ ਦੇਖਿਆ ਕਰੋਗੇ ਥੋੜ੍ਹੇ ਜਿਹੇ ਸਮੇਂ ਤੋਂ ਬਾਅਦ ਵਿੱਚ। ਸਾਡੇ ਕੋਲ ਇੱਥੇ ਹੀ ਸਭ ਨੂੰ ਸਤਿ ਸ਼੍ਰੀ ਅਕਾਲ।